ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਨੇ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ ਸੁਣ ਜੋਗੀ ਬਿਸਮੈ ਭਇਓ। ਬਾਣੀ ਸੁਧਾ ਸਮਾਨ ਪੁਨ ਪ੍ਰਸ਼ਨ ਕੀਨਸ ਭਲੇ। ਨਿਰਨ ਕਰਨ ਮਹਾਨ ਸੁਣ ਜੋਗੀ ਬਿਸਮੈ ਭਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੰਸਾਰ ਦੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦਗੰਜ ਵਿਖੇ ਨਤਮਸਤਕ ਹੋ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਨੇ ਰਹਿਮਤ ਕੀਤੀ ਹੈ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਅੰਮ੍ਰਿਤਮਈ ਬਾਣੀ ਦੇ ਰਸ ਪੀਨੇ ਜਾਪ ਅਸਾਂ ਸਾਰਿਆਂ ਨੇ ਸਰਵਣ ਕੀਤੇ ਹਨ ਤੇ ਦ੍ਰਿੜ ਕੀਤਾ ਹੈ ਭਾਈ ਇਸ ਜਗਤ ਦੇ ਅੰਦਰ ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ। ਇਹ ਦ੍ਰਿੜ ਕਰਕੇ ਚੱਲੇ ਹਾਂ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਜਿੱਥੇ ਅੰਮ੍ਰਿਤਮਈ ਬਾਣੀ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ। ਲੜੀਵਾਰ ਗੁਰ ਇਤਿਹਾਸ ਦੀ ਕਥਾ ਜੋ ਆਪ ਜੀ ਸਰਵਣ ਕਰ ਰਹੇ ਹੋ, ਹੁਣ ਅਗਲੇਰੇ ਸਮੇਂ ਦੇ ਵਿੱਚ ਇਹ ਪਾਵਨ ਜੋ ਲੜੀਵਾਰ ਕਥਾ ਚੱਲ ਰਹੀ ਹੈ,
ਉਸ ਕਥਾ ਦੀ ਆਰੰਭਤਾ ਹੋਣ ਲੱਗੀ ਹੈ। ਕੱਲ ਤੱਕ ਅਸੀਂ ਸਰਵਣ ਕੀਤਾ ਸੀ ਇਤਿਹਾਸ, ਕਿਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਜੋਗੀ ਨੂੰ ਜੋ ਮੱਠ ਵਿੱਚੋਂ ਨਿਕਲਿਆ ਸੀ ਇਸ ਪਾਵਨ ਸੰਤੋਖਸਰ ਦੀ ਧਰਤੀ ਦੇ ਵਿੱਚੋਂ, ਉਹਨੂੰ ਉਪਦੇਸ਼ ਦਿੱਤਾ, ਉਹਨੂੰ ਇਸ ਜਗਤ ਦੇ ਬਾਰੇ ਦੱਸਣਾ ਕੀਤਾ। ਇਹ ਸਾਰਾ ਇਤਿਹਾਸ ਅਸੀਂ ਕੱਲ ਤੱਕ ਸਰਵਣ ਕੀਤਾ ਸੀ। ਜਦੋਂ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਇਹ ਸਭ ਕੁਝ ਸਰਵਣ ਕੀਤਾ ਗੁਰੂ ਕੇ ਪਿਆਰਿਓ, ਫਿਰ ਉਹ ਜੋਗੀ ਜਿਹੜਾ ਸੀ ਗੁਰੂ ਚਰਨਾਂ ਦੇ ਉੱਤੇ ਢਹਿ ਪਿਆ। ਹੁਣ ਮਨ ਦੇ ਅੰਦਰ ਜਿਹੜੇ ਪ੍ਰਸ਼ਨ ਸਨ, ਜੋ ਮਨ ਦੇ ਅੰਦਰ ਸਵਾਲ ਸਨ, ਉਹ ਅੱਜ ਦੇ ਇਸ ਇਤਿਹਾਸ ਦੇ ਅੰਦਰ ਜੋ 36ਵਾਂ ਅਧਿਆਇ ਹੈ ਜਿਹਦੀ ਆਰੰਭਤਾ ਹੋਣ ਲੱਗੀ ਹੈ, ਇਹਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਹ ਪਾਵਨ ਇਤਿਹਾਸ ਰਚਿਆ, ਜਿਹਦੀ ਲੜੀਵਾਰ ਇਹ ਵਿਚਾਰ ਚੱਲ ਰਹੀ ਹੈ, ਉਹ ਬਿਆਨ ਕਰਦੇ ਹਨ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੁਣ ਜੋਗੀ ਬੈਸਮੈ ਪਇਓ, ਬਾਣੀ ਸੌਦਾ ਸਮਾਨ। ਹੁਣ ਜਦੋਂ ਗੁਰੂ ਸਾਹਿਬ ਜੀ ਦੇ ਬਚਨ ਸਰਵਣ ਕੀਤੇ ਨਾ ਜੋਗੀ ਨੇ, ਤੇ ਬੜਾ ਸੰਤੋਖ ਵਿੱਚ ਚਲਾ ਗਿਆ, ਵਿਸਮਾਦ ਵਿੱਚ ਆ ਗਿਆ। ਕੰਨਾਂ ਦੇ ਨਾਲ ਜਦੋਂ ਗੁਰੂ ਜੀ ਦੇ ਪਾਵਨ ਬਚਨਾਂ ਨੂੰ ਸਰਵਣ ਕੀਤਾ ਹੈ, ਹੁਣ ਮਨ ਦੇ ਅੰਦਰ ਗੁਰੂ ਪ੍ਰਤੀ ਜਿਹੜੀ ਸ਼ਰਧਾ ਹੈ ਉਹ ਉਤਪੰਨ ਹੋ ਗਈ ਹੈ ਜੀ। ਪੁਨਿ ਪ੍ਰਸ਼ਨ ਕੀ ਨਸ ਪਲੇ, ਨਿਰਨੈ ਕਰਨ ਮਹਾਨ। ਹੁਣ ਜਿਹੜੇ ਪ੍ਰਸ਼ਨ ਨੇ ਮਨ ਦੇ ਅੰਦਰ, ਉਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਜਿਹੜੇ ਹਨ ਉਹ ਰੱਖਣ ਲੱਗੇ ਹਨ। ਮਨ ਦੇ ਅੰਦਰ ਉਤਪੰਨ ਹੋਇਆ ਕਿ ਗੁਰੂ ਜੀ ਦੇ ਕੋਲੋਂ ਹੁਣ ਪੁੱਛਾਂ, ਜੋ ਗੁਰੂ ਸਾਹਿਬ ਦੱਸ ਰਹੇ ਨੇ, ਜੋ ਗੁਰੂ ਸਾਹਿਬ ਦਰਸਾ ਰਹੇ ਨੇ, ਜਿਸ ਮਾਰਗ ਤੇ ਚੱਲਣ ਦੀ ਆਪਣੇ ਸਿੱਖਾਂ ਸੇਵਕਾਂ ਨੂੰ ਦੇ ਰਹੇ ਨੇ, ਭਾਈ ਗੁਰੂ ਜੀ ਦੇ ਕੋਲੋਂ ਇਹ ਪ੍ਰਸ਼ਨ ਪੁੱਛਣਾ ਕਰਾਂ ਜੀ। ਬ੍ਰਹਮ ਆਤਮਾ ਪੂਰਨ ਜੋਏ। ਹੁਣ ਜਿਹੜੀ ਬ੍ਰਹਮ ਆਤਮਾ ਦੀ ਗੱਲ ਕੀਤੀ ਹੈ, ਪੂਰਨ ਪ੍ਰਤੀ ਪਰਮਾਤਮਾ ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਜਿਹੜਾ ਘਟ ਘਟ ਹਰ ਜਗ੍ਹਾ ਦੇ ਵਿੱਚ ਵਸ ਰਿਹਾ ਹੈ, ਜਿਹਦੀ ਪੁਕਾਰ ਸਾਰੀ ਲੁਕਾਈ ਕਰ ਰਹੀ ਹੈ, ਭਾਈ ਉਹ ਜਗਤ ਦੇ ਅੰਦਰ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਜੋ ਸਤਿਗੁਰੂ ਜੀ ਦਰਸਾ ਰਹੇ ਹਨ ਕਿ ਇਹ ਭਾਈ ਇਹ ਜਿਹੜੀ ਪੂਰਨ ਆਤਮਾ ਹੈ, ਭਾਵ ਸਰਬ ਸ੍ਰੇਸ਼ਟ ਪਰਮਾਤਮਾ ਹੈ, ਉਹਦੇ ਬਾਰੇ ਜੋ ਹੈ ਉਹ ਵਿਚਾਰ ਹੋ ਰਹੀ ਹੈ ਜੀ। ਬੈਸ਼ੈ ਨਾ ਕੇਸੂ ਇੰਦਰ ਕਬ ਹੋਏ। ਹੁਣ ਮਨ ਦੇ ਅੰਦਰ ਇਹ ਵਿਚਾਰ ਸੀ ਕਿ ਜਿਹੜੇ ਇਹ ਇੰਦਰੀ ਨੇ ਇਹ ਵਿਸ਼ਿਆਂ ਦੇ ਕਾਬੂ ਵਿੱਚ ਨੇ, ਇਹ ਕਿਸ ਤਰ੍ਹਾਂ ਜਿਹੜੇ ਨੇ ਉਹ ਕਾਬੂ ਵਿੱਚ ਆਉਣ, ਇਹਨਾਂ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ ਜੀ। ਦੇਖੀਐ ਨਾ ਆਖਣ, ਸੁਣੀਐ ਨਾ ਕਾਨੀ। ਕਹਿੰਦੇ ਵੇਖਿਆ ਤਾਂ ਨਹੀਂ ਪ੍ਰਮਾਤਮਾ ਨੂੰ, ਇਹ ਕੇਵਲ ਸੁਣਿਆ ਹੀ ਹੈ ਨਾ। ਤੇ ਹੁਣ ਆਖਰੇ ਨੇ ਭਾਈ ਸਾਹਿਬ ਲਿਖਦੇ ਨੇ, ਦਿਖਿਆ ਨਾ ਕਾਨਨ ਸੁਣਨ ਨਾ ਕਾਨੀ। ਦਿਖਿਆ ਨਾ ਆਖਣ, ਅੱਖਾਂ ਦੇ ਨਾਲ ਵੇਖਿਆ ਨਹੀਂ, ਕੰਨਾਂ ਦੇ ਨਾਲ ਸੁਣਿਆ ਨਹੀਂ। ਹਿਰਦੈ ਲਖੈ ਪ੍ਰਗਿਆ ਤੇ ਗਿਆਨ। ਕਹਿੰਦੇ ਇਹ ਜਿਹੜਾ ਪ੍ਰਮਾਤਮਾ ਹੈ ਨਾ, ਇਹ ਗੁਰੂ ਸਾਹਿਬ ਦੱਸ ਰਹੇ ਨੇ ਉਸ ਜੋਗੀ ਨੂੰ ਕਿ ਜਿਹੜਾ ਪੂਰਨ ਬ੍ਰਹਮ ਆਤਮਾ ਹੈ, ਪ੍ਰਮਾਤਮਾ ਹੈ, ਜੋ ਜਿਹੜਾ ਕਿਸੇ ਵੀ ਇੰਦਰੀਆਂ ਦੇ ਵਸ ਵਿੱਚ ਨਹੀਂ, ਪਕੜ ਵਿੱਚ ਨਹੀਂ ਆ ਸਕਦਾ। ਜੇ ਕੋਈ ਆਖੇ ਕਿ ਮੈਂ ਪ੍ਰਮਾਤਮਾ ਨੂੰ ਬੰਨ੍ਹ ਲਵਾਂ, ਜੇ ਕੋਈ ਆਖੇ ਮੈਂ ਪ੍ਰਮਾਤਮਾ ਨੂੰ ਵਸ ਵਿੱਚ ਕਰ ਰਿਹਾ, ਤੇ ਭਾਈ ਸਾਹਿਬ ਲਿਖ ਰਹੇ ਨੇ, ਗੁਰੂ ਸਾਹਿਬ ਆਖ ਰਹੇ ਨੇ ਕਿ ਭਲਿਓ ਜੇ ਕੋਈ ਆਖੇ ਵੀ ਇਹਨਾਂ ਅੱਖਾਂ ਦੇ ਨਾਲ ਮੈਂ ਉਹਨੂੰ ਤੱਕ ਲਵਾਂ, ਕੰਨਾਂ ਦੇ ਨਾਲ ਮੈਂ ਉਹਦੀ ਪੂਰੀ ਸਿਫਤ ਸੁਣ ਲਵਾਂ, ਤੇ ਇਦਾਂ ਹੋ ਨਹੀਂ ਸਕਦਾ। ਇਹ ਕੇਵਲ ਕਿੱਥੋਂ ਪ੍ਰਾਪਤ ਹੋ ਸਕਦਾ ਹੈ? ਗਿਆਨ ਤੋਂ। ਜਿਹੜਾ ਮਨੁੱਖ ਬੁੱਧੀ ਨਾਲ
ਭਾਵ ਗਿਆਨ ਹਾਸਲ ਕਰਕੇ ਗੁਰੂ ਦੇ ਗਿਆਨ ਦੇ ਰਾਹੀਂ ਇਹ ਸਮਝ ਸਕਦਾ ਹੈ ਕਿ ਪ੍ਰਮਾਤਮਾ ਕਿੱਡਾ ਉੱਚਾ ਹੈ ਜੀ। ਇੰਦਰ ਵਿਸ਼ੈ ਨ ਕਰ ਜਿਨ ਮਨ ਕੇ। ਭਾਈ ਜਿਨ੍ਹਾਂ ਨੂੰ ਇਹ ਜਿਹੜੇ ਇੰਦਰੈ ਵਿਸ਼ੈ ਨਾ ਕਰ ਜਿਨ ਮਨ ਕੋ, ਜਿਹੜਾ ਮਨੁੱਖ ਆਪਣੇ ਮਨ ਦੇ ਰਾਹੀਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਡੁੱਲ ਚੁੱਕਾ ਹੈ, ਖਚਤ ਹੋ ਚੁੱਕਾ ਹੈ, ਉਹ ਪ੍ਰਮਾਤਮਾ ਨੂੰ ਪਾ ਨਹੀਂ ਸਕਦਾ ਜੀ। ਵਿਸ਼ੈ ਕਰਤ ਮਨ ਇਨ ਸਬਨ ਕੋ। ਹੁਣ ਜਿਹੜੇ ਮਨੁੱਖ ਵਿਸ਼ੇ ਕਰਦੇ ਨੇ, ਵਿਸ਼ੇ ਕਰਤ ਮਨ ਇਨ ਸਭ ਹਿਨ ਕੋ, ਵੀ ਜਿਹੜੇ ਮਨੁੱਖ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੋਏ ਨੇ, ਜਿਨ੍ਹਾਂ ਨੇ ਵਿਸ਼ੇ ਵਿਕਾਰ ਭੋਗਣੇ ਸ਼ੁਰੂ ਕੀਤੇ ਨੇ ਭਾਈ, ਉਹ ਬ੍ਰਹਮ ਤੱਕ ਨਹੀਂ ਪਹੁੰਚ ਸਕਦੇ। ਤਿਮ ਮਨ ਵਿਸ਼ੈ ਬ੍ਰਹਮ ਨ ਹੋਏ। ਭਾਈ ਉਹਨਾਂ ਦੇ ਮਨ ਵਿੱਚ ਬ੍ਰਹਮ ਕਦੇ ਵੀ ਆਣ ਕੇ ਵਾਸਾ ਨਹੀਂ ਕਰਦਾ ਜੀ। ਸਭਨ ਕੋ ਸਤਾ ਦੇ ਸੋਏ। ਭਾਈ ਸਾਰੇ ਜਿਹੜੇ ਮਨ ਦੇ ਅੰਦਰ ਵਿਕਾਰ ਭੋਗਦੇ ਨੇ, ਜੇ ਉਹਨਾਂ ਦੇ ਅੰਦਰ ਵਿਕਾਰ ਨੇ ਤੇ ਪ੍ਰਮਾਤਮਾ ਸਥਾਪਿਤ ਨਹੀਂ ਹੋ ਸਕਦਾ, ਉਹਦਾ ਨਾਮ ਨਹੀਂ ਵਸ ਸਕਦਾ, ਉਹ ਵਿਕਾਰੀ ਮਨੁੱਖ ਹੀ ਰਹੇਗਾ। ਸਭ ਹਿਨ ਕੋ ਸਤਾ ਦੇ ਸੋਏ। ਜੇ ਉਹ ਚਾਹੇ ਪ੍ਰਮਾਤਮਾ ਤੇ ਸਾਰਿਆਂ ਨੂੰ ਆਪਣਾ ਨਾਮ ਦੇ ਸਕਦਾ ਹੈ ਜੀ। ਸਬਨ ਆਧਾਰ ਪੂਤ ਇੱਕ ਆਹ। ਸਾਰੇ ਜਿਨ੍ਹਾਂ ਦਾ ਵੀ ਆਧਾਰ ਹੈ। ਭੂਤ ਦਾ ਭਾਵ ਅਰਥ ਹੈ ਆਸ਼ਾ, ਜਿਹੜੀ ਮਨ ਦੇ ਅੰਦਰ ਉਤਪੰਨ ਹੁੰਦੀ ਹੈ। ਮਨੁੱਖ ਇੱਕ ਆਸ਼ਾ ਲੈ ਕੇ ਧਰਤੀ ਦੇ ਉੱਤੇ ਆਇਆ ਹੈ। ਗੁਰਬਾਣੀ ਦਾ ਪਾਵਨ ਬਚਨ ਹੈ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਸਾਰੇ ਜਾਣੇ ਇਸ ਧਰਤੀ ਦੇ ਉੱਤੇ ਜਿਹੜੀ ਇਹ ਆਸ਼ਾ ਲੈ ਕੇ ਆਏ ਹਨ ਪ੍ਰਮਾਤਮਾ ਨੂੰ ਮਿਲਣ ਦੀ। ਨਾ ਨਾ ਨਸੈ ਨੀਕ ਜੇ ਲੈ। ਤੇ ਜੇ ਮਨ ਦੇ ਅੰਦਰੋਂ ਦਵੈਸ਼ ਹੀ ਖਤਮ ਨਹੀਂ ਹੋਈ, ਜੇ ਮਨ ਦੇ ਅੰਦਰ ਸਦਾ ਦਵੈਸ਼ ਹੀ ਰੱਖੀ, ਜਿਹੜੀ ਬ੍ਰਹਮ ਨੂੰ ਪ੍ਰਾਪਤੀ ਕਰਨ ਦੀ ਜਾਚ ਸੀ ਉਹ ਪ੍ਰਾਪਤ ਨਹੀਂ ਕੀਤੀ, ਤੇ ਫਿਰ ਉਹ ਜਿਹੜਾ ਮਨ ਦੇ ਅੰਦਰ ਤੌਖਲਾ ਹੈ ਉਹ ਬਣਿਆ ਰਹੇਗਾ ਜੀ। ਸੁਖਮ ਤੇ ਆਤ ਸੁਖਮ ਜਾਨ। ਜਿਹੜਾ ਪ੍ਰਮਾਤਮਾ ਹੈ ਬੜਾ ਬੇਅੰਤ ਹੈ। ਇੱਥੇ ਹੁਣ ਜੋਗੀ ਜੀ ਆਖ ਰਹੇ ਨੇ, ਹੇ ਗੁਰੂ ਜੀ, ਉਹ ਪ੍ਰਮਾਤਮਾ ਸੂਖਮ ਤੋਂ ਵੀ ਸੂਖਮ ਹੈ ਕਿ ਉਹ ਪ੍ਰਮਾਤਮਾ ਕਿੰਨਾ ਕੁ ਸੂਖਮ ਹੈ ਜੀ। ਕਈ ਹਤ ਮਹਾ ਮਹਦ ਮਈਆਨ। ਤੇ ਕਈ ਵਾਰ ਇਹ ਗੱਲ ਆਖਦੇ ਨੇ ਕਿ ਉਹ ਪ੍ਰਮਾਤਮਾ ਜਿਹੜਾ ਏ, ਇੱਕ ਤੇ ਕਹਿ ਰਹੇ ਨੇ ਸੂਖਮ ਤੋਂ ਸੂਖਮ, ਭਾਵ ਛੋਟੇ ਤੋਂ ਛੋਟਾ, ਹਰ ਜਰੜੇ ਵਿੱਚ ਪ੍ਰਮਾਤਮਾ ਹੈ। ਤੇ ਇੱਕ ਪਾਸੇ ਆਖ ਰਹੇ ਨੇ ਕਿ ਪ੍ਰਮਾਤਮਾ ਬਹੁਤ ਬੇਅੰਤ ਹੈ, ਬਹੁਤ ਵਿਸ਼ਾਲ ਹੈ ਜੀ। ਸੂਰਜ ਆਦ ਪ੍ਰਕਾਸ਼ਤ ਜੋਈ। ਤੇ ਗੁਰੂ ਸਾਹਿਬ ਆਖ ਰਹੇ ਨੇ, ਹੇ ਜੋਗੀ ਜੀ, ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਰੋਸ਼ਨੀ ਕਰ ਰਿਹਾ ਹੈ ਸੂਰਜ, ਸੂਰਜ ਨੂੰ ਜਿਹੜੀ ਰੋਸ਼ਨੀ ਹੈ ਉਹ ਕਿੱਥੋਂ ਮਿਲ ਰਹੀ ਹੈ ਜੀ। ਇਸ ਕੀ ਜੋਤ ਪ੍ਰਕਾਸ਼ ਇਹ ਜਿਹੜਾ ਸੂਰਜ ਹੈ ਇਹ ਵੀ ਪ੍ਰਮਾਤਮਾ ਦੀ ਜੋਤ ਲੈ ਕੇ ਪ੍ਰਕਾਸ਼ ਕਰ ਰਿਹਾ, ਇਹ ਪ੍ਰਮਾਤਮਾ ਦੀ ਰਹਿਮਤ ਹੈ। ਤੇ ਸੂਰਜ ਨੇ ਇਸ ਧਰਤੀ ਨੂੰ ਰੋਸ਼ਨੀ ਦਿੱਤੀ ਹੈ, ਪ੍ਰਮਾਤਮਾ ਦੀ ਦ੍ਰਿਸ਼ਟੀ ਹੈ, ਤੇ ਸੂਰਜ ਇਸ ਧਰਤੀ ਦੇ ਉੱਤੇ ਉਜਾਲਾ ਕਰ ਰਿਹਾ ਹੈ ਜੀ। ਕਾਰਨ ਭੂਤ ਸਕਲ ਕੋ ਏਕ। ਭਾਈ ਇਸ ਧਰਤੀ ਦੇ ਉੱਤੇ ਜੋ ਕੁਝ ਵੀ ਪਸਰਿਆ ਹੈ ਉਹ ਪ੍ਰਮਾਤਮਾ ਦੀ ਦ੍ਰਿਸ਼ਟੀ ਹੈ। ਹੋਏ ਪ੍ਰਾਪਤ ਔਰ ਕਰਤ ਵਿਵੇਕ। ਇਹ ਸਭ ਕੁਝ ਉਸ ਪ੍ਰਮਾਤਮਾ ਤੋਂ ਰਹਿਮਤ ਸਦਕਾ ਪ੍ਰਾਪਤ ਹੁੰਦਾ ਹੈ ਜੀ। ਗਗਨ ਰੂਪ ਪਸਰਿਓ ਸਭ ਮਾਹੇ। ਸਾਰੀ ਧਰਤੀ ਜਿਹੜੀ ਹੈ ਨਾ, ਬ੍ਰਹਿਮੰਡ ਹੈ ਜਿਹੜਾ, ਇਹ ਸਾਰਾ ਉਸੇ ਇੱਕ ਜੋਤ ਤੋਂ ਪਸਰਿਆ ਹੈ ਜੀ। ਨਿਤ ਕੁਟ ਸਭ ਨਾ ਆਵੇਂ ਜਾਏ। ਇਸ ਧਰਤੀ ਦੇ ਉੱਤੇ ਜੋ ਕੁਝ ਵੀ ਹੈ, ਜੋ ਵੀ ਸਦਾ ਸਥਿਰ ਇੱਕ ਰੂਪ ਹੈ, ਜੋ ਵੀ, ਇਹ ਉਸ ਪਰਮਾਤਮਾ ਦਾ ਹੀ ਹੈ। ਉਸ ਪਰਮਾਤਮਾ ਵੱਲੋਂ ਹੀ ਇਸ ਧਰਤੀ ਤੇ ਸਥਾਪਿਤ ਕੀਤਾ ਹੈ ਜੀ। ਤਿਸ ਮੈਂ ਥਿਰਤਾ
ਮਨ ਕੀ ਪਾਵੈ। ਭਾਈ ਇਸ ਧਰਤੀ ਦੇ ਉੱਤੇ ਤਿਸ ਮੈਂ ਬਿਰਥਾ ਥਿਰਤਾ ਮਨ ਕੀ ਪਾਵੈ। ਜਿਹੜੇ ਮਨ ਦੇ ਅੰਦਰ ਹੈ, ਜੋ ਪ੍ਰਮਾਤਮਾ ਨੇ ਇਸ ਧਰਤੀ ਦੇ ਉੱਤੇ ਪੈਦਾ ਕੀਤਾ ਹੈ, ਉਹੀ ਇਸ ਧਰਤੀ ਦੇ ਉੱਤੇ ਮਨ ਨੂੰ ਸਥਿਰ ਕਰ ਸਕਦਾ ਹੈ ਜੀ। ਸੋ ਜਨ ਅੰਮ੍ਰਿਤ ਮਈਏ ਹੋਏ ਜਾਵੈ। ਤੇ ਜਿਹਦੇ ਮਨ ਦੇ ਅੰਦਰ ਪ੍ਰਮਾਤਮਾ ਨੇ ਨਾਮ ਦੀ ਦਾਤ ਦੇ ਦਿੱਤੀ, ਭਾਵ ਉਹਨੂੰ ਅੰਮ੍ਰਿਤ ਰੂਪੀ ਨਾਮ ਦੀ ਦਾਤ ਦੇ ਦਿੱਤੀ, ਹੁਣ ਉਹਦੇ ਅੰਦਰ ਅੰਮ੍ਰਿਤ ਰੂਪੀ ਪ੍ਰਕਾਸ਼ ਹੋ ਗਿਆ ਹੈ ਜੀ। ਜਿਨੋ ਬ੍ਰਹਮ ਮੈਂ ਜਗਤ ਪਛਾਤਾ। ਭਾਈ ਜਿਹਨੇ ਪ੍ਰਮਾਤਮਾ ਨੂੰ ਪਾ ਲਿਆ, ਉਹਨੇ ਫਿਰ ਸਾਰੀ ਜਗਤ ਦੀ ਪਛਾਣ ਕਰ ਲਈ। ਉਹਨੂੰ ਸਮਝ ਆ ਗਈ ਕਿ ਇਹ ਜਗਤ, ਅਸੀਂ ਪਿਛਲੇ ਇਤਿਹਾਸ ਦੇ ਵਿੱਚ ਵੀ ਪੜ੍ਹਿਆ ਹੈ ਕਿ ਜਗਤ ਇੱਕ ਮਾਇਆ ਹੈ, ਪ੍ਰਮਾਤਮਾ ਦੀ ਪੈਦਾ ਕੀਤੀ ਹੋਈ। ਕੋਈ ਇਸ ਮਾਇਆ ਦੇ ਵਿੱਚ ਖਚਿਤ ਹੋ ਜਾਂਦਾ ਹੈ ਤੇ ਕੋਈ ਇਸ ਧਰਤੀ ਤੇ ਆ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੋਇਆ ਇਸ ਮਾਇਆ ਨੂੰ ਖੇਲ ਤਮਾਸ਼ਾ ਸਮਝਦਾ ਹੈ ਜੀ। ਤਜ ਨਾਨ ਤਵ ਆਨੰਦ ਇੱਕ ਮਾਤਾ। ਭਾਈ ਜਿਹਨੇ ਬ੍ਰਹਮ ਨੂੰ ਪਛਾਣ ਲਿਆ, ਬ੍ਰਹਮ ਨੂੰ ਪਾ ਲਿਆ, ਜਿਹਦੇ ਅੰਦਰ ਪ੍ਰਮਾਤਮਾ ਆਪ ਵਸ ਗਿਆ ਭਾਈ, ਉਹ ਇਸ ਧਰਤੀ ਦੇ ਉੱਤੇ ਆਨੰਦ, ਅਸੀਂ ਬਾਣੀ ਪੜ੍ਹਦੇ ਹਾਂ ਨਾ, ਆਨੰਦ ਸਦਾ ਸਥਿਰ ਪ੍ਰਮਾਤਮਾ ਦਾ ਨਾਮ ਜਿਹਨੇ ਇਹ ਪ੍ਰਾਪਤ ਕਰ ਰਿਹਾ ਭਾਈ, ਉਹਦੇ ਅੰਦਰ, ਜਿਹਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਗਿਆ, ਉਹਨੂੰ ਆਨੰਦ ਹੀ ਆਨੰਦ ਮਿਲ ਗਿਆ। ਉਹ ਹੁਣ ਬਾਹਰ ਭਟਕਦਾ ਨਹੀਂ, ਉਹਨੂੰ ਸਦਾ ਸਥਿਰ ਆਨੰਦ ਮਿਲ ਗਿਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਸਮਝ ਗਿਆ ਕਿ ਸਤਿਗੁਰੂ ਦੀ ਰਹਿਮਤ ਹੋਈ ਤੇ ਇਹ ਆਨੰਦ ਦੀ ਦਾਤ ਮੈਨੂੰ ਮਿਲ ਗਈ ਹੈ ਜੀ। ਕਈ ਹੱਥ ਜੀਵਨ ਮੁਕਤ ਸੋ ਪ੍ਰਾਨੀ। ਤੇ ਜਿਹਨੂੰ ਪ੍ਰਮਾਤਮਾ ਦਾ ਨਾਮ ਮਿਲ ਗਿਆ, ਪ੍ਰਮਾਤਮਾ ਦਾ ਨਾਮ ਵਸ ਗਿਆ ਨਾ ਅੰਦਰ, ਗੁਰੂ ਅਮਰਦਾਸ ਪਾਤਸ਼ਾਹ ਜੀ ਆਨੰਦ ਬਾਣੀ ਦੇ ਅੰਦਰ ਹੀ ਇਹ ਬਖਸ਼ਿਸ਼ ਕਰਦੇ ਨੇ ਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਭਾਈ ਕਈ ਕਹਿ ਦਿੰਦੇ ਕਿ ਮੈਨੂੰ ਆਨੰਦ ਮਿਲ ਗਿਆ। ਕਈ ਵਾਰ ਕਿਸੇ ਨੂੰ ਆਮ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਪੁੱਛੀਏ ਨਾ, ਭਾਈ ਕੀ ਹਾਲ ਨੇ, ਉਹ ਆਖਦੇ ਆਨੰਦ ਹੈ। ਤੇ ਗੁਰੂ ਸਾਹਿਬ ਕਹਿੰਦੇ ਆਨੰਦ ਅਸਲ ਵਿੱਚ ਉਹ ਨਹੀਂ ਜਿਹੜਾ ਅਸੀਂ ਆਮ ਭਾਸ਼ਾ ਦੇ ਵਿੱਚ ਚਾਰ ਦੰਬੜੇ ਆ ਗਏ ਤੇ ਕਹਿ ਦਈਏ ਆਨੰਦ ਆ ਗਿਆ। ਜੋ ਮੈਂ ਪਾਉਣਾ ਲੋਚਦਾ ਸਾਂ ਉਹ ਮੈਨੂੰ ਪ੍ਰਾਪਤ ਹੋ ਗਿਆ। ਚੰਗੀ ਕੋਠੀ ਮਿਲ ਗਈ, ਚੰਗੀ ਕਾਰ ਮਿਲ ਗਈ, ਚੰਗੇ ਗਹਿਣੇ ਪਹਿਨਣ ਨੂੰ ਮਿਲ ਗਏ, ਅਸਵਾਰ ਚੰਗਾ ਮਿਲ ਗਿਆ, ਭਾਵ ਸਭ ਕੁਝ ਪ੍ਰਾਪਤ ਹੋ ਗਿਆ ਤੇ ਕਹਿ ਦਿੱਤਾ ਹੁਣ ਮੈਨੂੰ ਆਨੰਦ ਹੈ। ਨਹੀਂ ਗੁਰੂ ਕੇ ਪਿਆਰਿਓ, ਅਸਲ ਵਿੱਚ ਜਿਹੜਾ ਆਨੰਦ ਹੈ ਉਹ ਪ੍ਰਮਾਤਮਾ ਨੂੰ ਪਾਉਣਾ ਹੈ। ਪ੍ਰਮਾਤਮਾ ਦੇ ਨਾਲ ਜਦੋਂ ਮਿਲਾਪ ਹੋ ਜਾਂਦਾ ਫਿਰ ਆਨੰਦ ਹੈ। ਤੇ ਉਹ ਆਨੰਦ ਤਾਂ ਹੀ ਪ੍ਰਾਪਤ ਕਰ ਸਕਦੇ ਹਾਂ ਜੇ ਗੁਰੂ ਦੇ ਕੋਲੋਂ ਆਵਾਂਗੇ, ਕਿਉਂਕਿ ਆਨੰਦ ਗੁਰੂ ਤੇ ਜਾਣਿਆ। ਹੁਣ ਭਾਈ ਸਾਹਿਬ ਲਿਖ ਰਹੇ ਨੇ ਕਿ ਗੁਰੂ ਸਾਹਿਬ ਆਖ ਰਹੇ ਨੇ ਕਿ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣ ਲਿਆ ਭਾਈ, ਅਸਲ ਵਿੱਚ ਉਹਨਾਂ ਨੂੰ ਹੀ ਆਨੰਦ, ਇੱਕ ਮਾਤਾ ਉਹਨਾਂ ਦੇ ਅੰਦਰ ਹੀ ਉਹ ਆਨੰਦ ਜਿਹੜਾ ਵਾ ਪੈਦਾ ਹੁੰਦਾ ਹੈ ਜੀ। ਮੂਲ ਕਲੇਸ਼ ਅਵਿਦਿਆ ਹਾਨੀ। ਉਹਨਾਂ ਦੇ ਅੰਦਰ ਜਿਹੜੇ ਕਲੇਸ਼ ਨੇ ਨਾ, ਮੁੱਢ ਤੋਂ ਕਲੇਸ਼ ਜਿਹੜੇ ਪਏ ਹੁੰਦੇ ਨੇ, ਅਵਿਦਿਆ ਹਾਨੀ, ਭਾਵ ਜਿਹੜੀ ਕਲੇਸ਼ਾਂ ਦੀ ਅਵਿਦਿਆ, ਭਾਵ ਮੂਲ ਹੈ ਨਾ, ਅਵਿਦਿਆ ਕਾਰਨ ਕਲੇਸ਼ ਪੈਂਦਾ। ਜਿਸ ਚੀਜ਼ ਦਾ ਪਤਾ ਨਹੀਂ ਹੁੰਦਾ, ਅਸੀਂ ਸਾਰੇ ਸਿਆਣੇ ਬੈਠੇ ਆ, ਸਰਵਣ ਕਰ ਰਹੇ ਆ ਵੀ ਘਰ ਦੇ ਵਿੱਚ ਕੋਈ ਵੀ ਕਲੇਸ਼ ਹੋਏ ਤੇ ਅਸਲ ਵਿੱਚ ਸਹੀ ਗੱਲ ਤੋਂ ਨਹੀਂ, ਜਿਸ ਗੱਲ ਦਾ ਪਤਾ ਨਹੀਂ, ਜਿਸ ਗੱਲ ਦੇ ਬਾਬਤ ਅਸੀਂ ਜਾਣੂ ਨਹੀਂ, ਉਸ ਗੱਲ ਤੋਂ ਘਰ ਵਿੱਚ ਕਲੇਸ਼ ਖੜਾ ਹੋ ਜਾਂਦਾ। ਤੇ ਅੰਤ ਨਿਰਣਾ ਕੀ ਹੁੰਦਾ ਕਿ ਭਾਈ ਇਸ ਗੱਲ ਦਾ ਕੋਈ ਮਤਲਬ ਨਹੀਂ ਜਿੱਤੋਂ ਅਸੀਂ ਕਲੇਸ਼ ਕਰ ਰਹੇ ਹਾਂ। ਹੁਣ ਗੁਰੂ ਸਾਹਿਬ ਆਖ ਰਹੇ ਨੇ ਕਿ ਹੇ ਭਾਈ, ਹੇ ਜੋਗੀ ਜੀ, ਇਹ ਜਿਹੜਾ ਮੁੱਢ ਹੈ ਨਾ, ਇਹ ਕਲੇਸ਼ ਜਿਹੜਾ ਅਵਿਦਿਆ ਕਾਰਨ ਪਿਆ ਹੋਇਆ। ਕੋਈ ਕਹਿੰਦਾ ਮੈਂ ਭਗਵੇਂ ਕੱਪੜੇ ਪਾ ਕੇ ਜੋਗੀ ਬਣ ਜਾਵਾਂ, ਕੋਈ ਕਹਿੰਦਾ ਮੈਂ ਬ੍ਰਹਮ ਦੀ ਪਛਾਣ ਕਰਨ ਵਾਸਤੇ ਧੂਣੀਆਂ ਲਾ ਲਵਾਂ, ਕੋਈ ਘਰ-ਬਾਰ ਤਿਆਗ ਕੇ ਸੰਨਿਆਸੀ ਬਣ ਗਿਆ। ਗੁਰੂ ਸਾਹਿਬ ਇਸ ਜੋਗੀ ਨੂੰ ਸਮਝਾ ਰਹੇ ਨੇ ਭਾਈ ਇਹ ਕਲੇਸ਼ ਬ੍ਰਹਮ ਦੀ ਪਛਾਣ ਤੋਂ ਬਗੈਰ ਨੇ।
ਜਦੋਂ ਬ੍ਰਹਮ ਦੀ ਪਛਾਣ ਹੋ ਜਾਵੇ ਫਿਰ ਇਹ ਕਲੇਸ਼ ਖਤਮ ਹੋ ਜਾਂਦੇ ਹਨ ਜੀ। ਜਹਾਂ ਹੋਏ ਤਹ ਦੇਹ ਬਿਨਾਸਾ। ਭਾਈ ਜਿੱਥੇ ਇਹ ਕਲੇਸ਼ ਆ ਜਾਵੇ ਉੱਥੇ ਇਹ ਝਗੜਾ ਜਿਹੜਾ ਹੈ ਉਹ ਮੁੱਕਦਾ ਨਹੀਂ ਹੈ ਜੀ। ਥਲ ਅਪਵਿੱਤਰ ਕੈ ਤੀਰਥ ਪਾਸਾ। ਫਿਰ ਮਨੁੱਖ ਜਿਹੜਾ ਵਾ ਕਦੀ ਕਿਸੇ ਪਾਸੇ ਦੌੜਦਾ ਹੈ, ਪਵਿੱਤਰ ਅਪਵਿੱਤਰ ਦੀ ਪਛਾਣ ਕਰਨ ਲੱਗ ਪੈਂਦਾ ਹੈ ਕਿ ਭਾਈ ਇਹ ਪਵਿੱਤਰ ਹੈ, ਇਹ ਅਪਵਿੱਤਰ ਹੈ। ਇਸ ਤਰ੍ਹਾਂ ਦੇ ਮਨ ਘੜਤ ਜਿਹੜੀਆਂ ਉਹ ਗੱਲਾਂ ਕਰਦਾ ਹੈ ਜੀ। ਤਾਹਾ ਆਨੰਦ ਮੈਂ ਲਈ ਅਤ ਪਾਏ। ਹੁਣ ਗੁਰੂ ਸਾਹਿਬ ਆਖ ਰਹੇ ਨੇ ਕਿ ਭਾਈ ਇਸ ਧਰਤੀ ਦੇ ਉੱਤੇ ਜਹਾਂ ਹੋਏ ਤਹਿ ਦੇਹ ਬਿਨਾਸਾ ਥਲ ਅਪਵਿੱਤਰ ਕੇ ਤੀਰਥ ਪਾਸਾ। ਜਹਾਂ ਤਹਾਂ ਆਨੰਦ ਮੈਂ ਲਿਆ ਪਾਏ। ਕਿੱਥੇ ਆਨੰਦ ਮਿਲਿਆ ਹੈ, ਕਿੱਥੋਂ ਆਨੰਦ ਪ੍ਰਾਪਤ ਹੁੰਦਾ ਹੈ? ਗੁਰੂ ਸਾਹਿਬ ਅੱਗੇ ਦੱਸ ਰਹੇ ਹਨ ਜੀ। ਜਨਮ ਮਰਨ ਨਹਿ ਆਏ ਨ ਜਾਏ। ਭਾਈ ਜਦੋਂ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਫਿਰ ਜਨਮ ਮਰਨ ਦਾ ਜਿਹੜਾ ਗੇੜ ਹੈ ਇਹ ਖਤਮ ਹੋ ਜਾਂਦਾ ਹੈ। ਜਨਮ ਮਰਨ ਦੁਹੂ ਮੈਂ ਨਾਹੀ ਜਨ ਪਰਉਪਕਾਰੀ ਆਏ। ਜਿਹੜਾ ਮਨੁੱਖ ਪਰਉਪਕਾਰ ਕਰਨ ਲੱਗ ਪੈਂਦਾ, ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਲੱਗ ਪੈਂਦਾ ਭਾਈ, ਜਦੋਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ ਫਿਰ ਉਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਫਿਰ ਉਹਦਾ ਜਿਹੜਾ ਜਨਮ ਮਰਨ ਦਾ ਗੇੜ ਹੈ ਉਹ ਖਤਮ ਹੋ ਜਾਂਦਾ ਹੈ ਜੀ। ਰਹੋ ਦੇਹ ਕੈ ਦੋ ਬਿਨ ਸਾਏ। ਭਾਈ ਇਸ ਧਰਤੀ ਦੇ ਉੱਤੇ ਭਾਈ ਸਾਹਿਬ ਲਿਖ ਰਹੇ ਨੇ ਕਿ ਇਹ ਸਭ ਕੁਝ ਜੋ ਦਿਖ ਰਿਹਾ ਹੈ ਸਾਰਾ ਕੁਝ ਨਾਸ ਹੋਣ ਵਾਲਾ ਹੈ ਜੀ। ਨੈ ਸੋਚੈ ਔਰ ਇੱਕ ਰਸ ਪਾਏ। ਇਹ ਨਾ ਸੋਚੋ ਕਿ ਇੱਕ ਰਸ ਸਦਾ ਜਿਹੜਾ ਟਿਕਣ ਵਾਲਾ ਹੈ, ਕਿਉਂਕਿ ਇੱਕ ਰਸ ਟਿਕਣ ਵਾਲਾ ਕੇਵਲ ਤੇ ਕੇਵਲ ਪਰਮਾਤਮਾ ਹੈ। ਇੱਕ ਓੰਕਾਰ ਹੈ ਜੋ ਸਦਾ ਸਥਿਰ ਹੈ। ਇੱਕ ਰਸ ਸਰਬ ਵਿਆਪਕ ਹੈ। ਬਾਕੀ ਸਭ ਜਿਹੜਾ ਹੈ ਉਹ ਬਿਨਸਨਹਾਰ ਹੈ ਜੀ। ਅਗਨ ਸਿੰਧ ਕੇ ਤਟ ਪਰ ਹੋਏ। ਭਾਈ ਜਿਹੜੀ ਇਹ ਅਗਨੀ ਹੈ ਇਹ ਧਰਤੀ ਦੇ ਉੱਤੇ ਲੋਕਾਂ ਨੂੰ ਸਾੜਦੀ ਹੈ। ਅੱਗ ਦਾ ਸੁਭਾਅ ਹੀ ਹੈ ਸਾੜਨਾ। ਤੇ ਜਿਹੜਾ ਇਸ ਅੱਗ ਦੇ ਕਿਨਾਰੇ ਤੇ ਬਹਿ ਕੇ ਇਸ ਅੱਗ ਤੋਂ ਬਚ ਜਾਏ ਭਾਈ ਉਹਨੂੰ ਉੱਤਮ ਪੁਰਖ ਕਿਹਾ ਜਾਂਦਾ। ਤੇ ਗੁਰੂ ਸਾਹਿਬ ਇੱਥੇ ਸਮਝਾ ਰਹੇ ਨੇ, ਭਾਈ ਸਾਹਿਬ ਲਿਖ ਰਹੇ ਨੇ ਕਿ ਗੁਰੂ ਸਾਹਿਬ ਆਖ ਰਹੇ ਨੇ ਕਿ ਇਹ ਸੰਸਾਰ ਇਹ ਅੱਗ ਦਾ ਸਮੁੰਦਰ ਹੈ। ਗੁਰੂ ਕੀ ਸੰਗਤ ਬੜੇ ਧਿਆਨ ਨਾਲ ਸਰਵਣ ਕਰਨਾ, ਅਸੀਂ ਹੈਰਾਨ ਹੋਵਾਂਗੇ ਕਿ ਇਹ ਅੱਗ ਦਾ ਸਮੁੰਦਰ ਕਿਸ ਤਰ੍ਹਾਂ। ਜੀਵ ਜੰਤੂ ਇੱਥੇ ਰਹਿ ਰਹੇ ਨੇ, ਸਭ ਇਸ ਧਰਤੀ ਦੇ ਉੱਤੇ ਆਪਣਾ ਜੀਵਨ ਜੀਵ ਰਹੇ ਨੇ, ਕਿਸੇ ਨੂੰ ਕੋਈ ਨੁਕਸਾਨ ਨਹੀਂ, ਕਿਸੇ ਦਾ ਕੋਈ ਤਨ ਨਹੀਂ ਸੜ ਰਿਹਾ। ਗੁਰੂ ਕੇ ਪਿਆਰਿਓ, ਅਸਲ ਵਿੱਚ ਸਾਡਾ ਮਨ ਜਿਹੜਾ ਹੈ ਉਹ ਸੜ ਰਿਹਾ ਹੈ। ਤਨ ਸਾਡਾ ਸਾਹਮਣੇ ਦਿਖ ਰਿਹਾ ਹੈ, ਤਨ ਦੇ ਉੱਤੇ ਪਹਿਰਾਵੇ ਬੜੇ ਸੁੰਦਰ ਨੇ, ਪਰ ਮਨ ਜਿਹੜਾ ਹੈ ਉਹ ਦਵੈਸ਼ ਵਿੱਚ, ਈਰਖਾ ਵਿੱਚ ਜਿਹੜਾ ਉਹ ਸੜ ਰਿਹਾ ਹੈ। ਭਾਈ ਮੇਰੇ ਗੁਆਂਢੀ ਦੇ ਘਰ 4 ਦਾਣੇ ਨੇ, ਇਹ ਕਿਸ ਤਰ੍ਹਾਂ ਆ ਗਏ? ਮੇਰਾ ਜਿਹੜਾ ਸੱਜਣ ਹੈ ਉਹ ਮੇਰੇ ਤੋਂ ਅੱਗੇ ਨਿਕਲ ਗਿਆ। ਮੇਰੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਮੇਰੇ ਤੋਂ ਅੱਗੇ ਚੱਲ ਰਹੇ ਨੇ, ਮੈਂ ਪਿੱਛੇ ਹੋ ਗਿਆ। ਇਹ ਅੱਗ ਹੈ, ਇਹ ਦਵੈਸ਼ ਦੀ ਅੱਗ ਮਨ ਨੂੰ ਸਾੜ ਰਹੀ ਹੈ। ਅੰਦਰੋਂ ਅੰਦਰ ਹੀ ਸੋਚੀ ਜਾਂਦਾ। ਮੇਰੀ ਉਹ ਭੈਣੋ, ਮਨ ਦੇ ਅੰਦਰ ਇਹ ਅੱਗ ਬੜੀ ਵੱਡੇ ਪ੍ਰਬਲ ਰੂਪ ਦੇ ਵਿੱਚ ਉਤਪੰਨ ਹੋਈ ਹੈ ਤੇ ਇੱਕ ਦੂਜੇ ਨੂੰ ਸਾੜ ਰਹੀ ਹੈ। ਕੋਈ ਰੰਗ ਕਰਕੇ, ਕੋਈ ਨਸਲ ਕਰਕੇ, ਕੋਈ ਜਾਤ ਦਾ ਅਭਿਮਾਨ ਕਰਕੇ ਇਸ ਧਰਤੀ ਦੇ ਉੱਤੇ ਸੜ ਰਿਹਾ। ਤੇ ਇਹ ਸੜ ਤਾਂ ਰਿਹਾ ਹੈ ਕਿਉਂਕਿ ਇਹਦੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ। ਤੇ ਗੁਰੂ ਸਾਹਿਬ ਆਖ ਰਹੇ ਨੇ ਕਿ ਭਾਈ ਇਹ ਜਿਹੜੀ ਅੱਗ ਹੈ ਨਾ ਸੰਸਾਰ ਦੇ ਅੰਦਰ, ਇਹ ਸੰਸਾਰ ਇੱਕ ਅੱਗ ਦਾ ਸਮੁੰਦਰ ਹੈ। ਤੇ ਜਿਹੜਾ ਇਸ ਸਮੁੰਦਰ ਦੇ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਤਰ ਜਾਂਦਾ ਹੈ। ਤੇ ਜਿਹੜਾ ਇਸ ਸੰਸਾਰ ਸਮੁੰਦਰ ਦੇ ਵਿੱਚ, ਅੱਗ ਦੇ ਸਮੁੰਦਰ ਦੇ ਵਿੱਚ ਬੈਠ ਕੇ ਬੰਦਗੀ ਕਰਦਾ ਹੈ, ਨਾਮ ਜਪਦਾ ਹੈ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ, ਪਾਵਨ ਬਚਨ ਹੈ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਰਹਿਣਾ ਕੇਵਲ ਪ੍ਰਮਾਤਮਾ ਦਾ ਨਾਮ ਹੈ।
ਜਾਂ ਪ੍ਰਮਾਤਮਾ ਦੇ ਨਾਮ ਜਪਣ ਵਾਲਿਆਂ ਨੇ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ, ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਨਾ। ਅੱਜ ਵੀ ਅਸੀਂ ਉਹਨਾਂ ਨੂੰ ਚੇਤੇ ਵਿੱਚ ਲਿਆਉਂਦੇ ਹਾਂ, ਜਿਹੜੇ ਸਾਡੇ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਦਾ ਜਾਮ ਪੀਤਾ। ਹੁਣੇ ਅਸੀਂ ਅਰਦਾਸ ਵਿੱਚ ਸ਼ਾਮਲ ਹੋ ਕੇ ਸਰਵਣ ਕੀਤਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖਰੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ। ਸਾਰਿਆਂ ਦਾ ਅਸੀਂ ਬੜੇ ਅਦਬ ਸਤਿਕਾਰ ਦੇ ਨਾਲ ਧਿਆਨ ਧਰ ਕੇ ਵਾਹਿਗੁਰੂ ਦਾ ਉਚਾਰਨ ਕਰਦੇ ਹਾਂ। ਕਿਉਂਕਿ ਉਹਨਾਂ ਦੇ ਮਨ ਅੰਦਰ ਪ੍ਰਮਾਤਮਾ ਦਾ ਨਾਮ ਹੈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਿ ਜਿਨ੍ਹਾਂ ਦੇ ਮਨ ਅੰਦਰ ਪ੍ਰਮਾਤਮਾ ਦਾ ਨਾਮ ਹੈ, ਉਹ ਇਸ ਸੰਸਾਰ ਸਮੁੰਦਰ ਦੀ ਅੱਗ, ਭਿਆਨਕ ਅੱਗ ਦੇ ਵਿੱਚੋਂ ਤਰ ਜਾਂਦਾ ਹੈ ਜੀ। ਸਗਲੀ ਦਵੈਤ ਜਿਨ੍ਹਾਂ ਨੇ ਖੋਏ। ਪਰ ਬਸ਼ਰਤ ਇਹ ਹੈ ਕਿ ਉਹਦੇ ਅੰਦਰ ਜਿਹੜੀ ਦਵੈਸ਼ ਹੈ ਨਾ ਮਨ ਦੇ ਅੰਦਰ, ਉਹ ਖਤਮ ਹੋ ਜਾਵੇ। ਇਹ ਨਾ ਹੋਵੇ ਕਿ ਉਸ ਦਵੈਸ਼ ਦੇ ਵਿੱਚ ਹੀ ਸੜਦਾ ਭੁੱਜਦਾ ਰਹੇ। ਉਹਦੇ ਮਨ ਅੰਦਰ ਜਿਹੜਾ ਅਹੰਕਾਰ ਹੈ, ਜਨਮ ਦਾ ਅਹੰਕਾਰ, ਕਿਉਂਕਿ ਸਾਡੇ ਮਨਾਂ ਵਿੱਚ ਬੜਾ ਅਹੰਕਾਰ ਹੁੰਦਾ ਕਿ ਮੈਂ ਉੱਚੀ ਕੁਲ ਦੇ ਵਿੱਚ ਜਨਮ ਲਿਆ, ਮੈਂ ਅਮੀਰ ਘਰਾਣੇ ਦੇ ਵਿੱਚ ਜਨਮ ਲਿਆ, ਇਹ ਗਰੀਬ ਘਰਾਣੇ ਦੇ ਵਿੱਚ ਹੈ। ਇਹ ਬੜੇ ਤਰ੍ਹਾਂ ਦੀ ਅੱਗ ਹੈ। ਤੇ ਇਸ ਅੱਗ ਦੇ ਵਿੱਚ ਜਿਹੜਾ ਵੀ ਮਨੁੱਖ ਸੜ ਗਿਆ, ਫਿਰ ਉਹ ਬਾਹਰ ਨਹੀਂ ਨਿਕਲ ਸਕਦਾ। ਉਹਦੇ ਮਨ ਅੰਦਰ ਫਿਰ ਕਦੇ ਨਾਮ ਨਹੀਂ ਵਾਸਾ ਕਰਦਾ, ਉਹ ਸਦਾ ਸੜਦਾ ਭੁੱਜਦਾ ਜਿਹੜਾ ਸੰਸਾਰ ਤੋਂ ਚਲਾ ਜਾਂਦਾ ਹੈ। ਤੇ ਗੁਰੂ ਸਾਹਿਬ ਆਖ ਰਹੇ ਨੇ ਕਿ ਹੇ ਭਾਈ, ਸਗਲੀ ਦਵੈਤ ਜਿਨ੍ਹਾਂ ਨੇ ਖੋਏ, ਜਿਨ੍ਹਾਂ ਨੇ ਮਨ ਦੇ ਅੰਦਰੋਂ ਦਵੇ ਭਾਵਨਾ ਖਤਮ ਕਰ ਦਿੱਤੀ, ਮਾੜੀ ਭਾਵਨਾ ਖਤਮ ਕਰ ਲਈ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਜੀ। ਐਮ ਕਹਿ ਕਿਰਪਾ ਦ੍ਰਿਸ਼ਟ ਗੁਰ ਹੇਰੀ। ਇਸ ਤਰ੍ਹਾਂ ਵਿਚਾਰ ਚੱਲਦਿਆਂ ਫਿਰ ਜੋਗੀ ਦੇ ਉੱਤੇ ਧੰਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਕੀਤੀ ਹੈ ਜੀ। ਕਰੀ ਬਿਨਾਸ਼ ਮੋਹ ਕੀ ਬੇਰੀ। ਜਿਹੜਾ ਉਹ ਮੋਹ ਦੇ ਵਿੱਚ ਵੱਜਾ ਹੋਇਆ ਜੋਗੀ, ਤੁਸੀਂ ਅੱਜ ਵੀ ਸੰਤੋਖਸਰ ਦੀ ਧਰਤੀ ਤੇ ਜਾਂਦੇ ਜੇ, ਇਸ਼ਨਾਨ ਕਰਦੇ ਜੇ, ਨਾਲ ਹੀ ਗੁਰੂ ਘਰ ਹੈ। ਗੁਰੂ ਕੇ ਪਿਆਰਿਓ, ਇਸ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਉਸ ਜੋਗੀ ਨੂੰ ਆਖ ਰਹੇ ਨੇ, ਹੇ ਜੋਗੀ ਜੀ, ਤੁਸੀਂ ਮੋਹ ਦੀ ਪੰਡ ਵਿੱਚ ਵੱਜੇ ਸੋ, ਆਪਣੇ ਸਵਾਸ ਚੜਾਏ ਸਨ ਤੇ ਆਪਣੀ ਆਰਜੂ ਜਿਹੜੀ ਉਮਰ ਹੈ ਉਹਨੂੰ ਲੰਬੇਰਾ ਕੀਤਾ ਸੀ, ਪਰ ਇਹਦਾ ਕੋਈ ਲਾਭ ਨਹੀਂ। ਹੁਣ ਸਤਿਗੁਰੂ ਨੇ ਕਿਰਪਾ ਦੀ ਦ੍ਰਿਸ਼ਟੀ ਕਰਕੇ ਆਖਿਆ ਕਿ ਇਹ ਮਨ ਦੇ ਅੰਦਰ ਜਿਹੜਾ ਮੋਹ ਹੈ ਨਾ ਲੰਬੇਰੀ ਉਮਰ ਦਾ, ਇਹਨੂੰ ਤਿਆਗ ਦਿਓ। ਸ਼ੁੱਧ ਗਿਆਨ ਜੋਗੀ ਔਰ ਜਾਗਾ। ਇਹ ਸਾਰੀ ਵਿਚਾਰ ਚਰਤਾ ਤੋਂ ਬਾਅਦ ਜੋਗੀ ਦੇ ਮਨ ਦੇ ਜਿਹੜੇ ਕਿਵਾੜ ਸਨ, ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਉਹ ਕਿਵਾੜ ਖੁੱਲ ਗਏ ਹਨ ਜੀ। ਜਨਮਾਦਕ ਮਦ ਪੀਵਤ ਤਿਆਗਾ। ਤੇ ਫਿਰ ਮਨ ਦੇ ਅੰਦਰ ਜਿਹੜਾ ਜਿਉਣ ਦਾ ਚਾਅ ਸੀ ਉਹ ਖਤਮ ਕਰਕੇ ਜਨਮ ਆਦਿਕ ਮਦ ਪੀਵਤ ਤਿਆਗਾ, ਭਾਵ ਗੁਰੂ ਦੇ ਅੰਮ੍ਰਿਤਮਈ ਬਚਨਾਂ ਨੂੰ ਸਰਵਣ ਕਰਕੇ, ਅੰਮ੍ਰਿਤਮਈ ਬੋਲਾਂ ਦਾ ਰਸ ਪੀ ਕੇ ਹੁਣ ਜਨਮ ਜਿਹੜਾ ਸੀ ਜਿਉਣ ਨੂੰ ਜੀ ਕਰਦਾ ਸੀ, ਉਹ ਜਿਉਣਾ ਤਿਆਗ ਦਿੱਤਾ ਹੈ ਜੀ। ਗੁਰੂ ਬਾਕ ਕੋ ਲਖਿਓ ਪ੍ਰਤਾਪ। ਇਹ ਸਤਿਗੁਰੂ ਜੀ, ਹੁਣ ਤੁਹਾਡੇ ਇਹ ਜਿਹੜੇ ਬਚਨ ਹਨ ਇਹ ਬੜੇ ਅਮੋਲਕ ਹਨ, ਬੜਾ ਪ੍ਰਤਾਪ ਹੈ ਜੀ। ਜਿਨ ਕੇ ਸੁਨਤ ਮੋਹ ਸਭ ਖਾਪਾ। ਹੁਣ ਜਿਹੜਾ ਮੇਰਾ ਮੋਹ ਸੀ ਤੁਹਾਡੇ ਇਹ ਬਚਨ ਸੁਣ ਕੇ ਖਤਮ ਹੋ ਗਿਆ ਹੈ ਜੀ। ਨਮਰ ਪਇਓ ਚਰਨ ਨ ਸਿਰ ਧਰਿਓ। ਹੁਣ ਨਿਮਰਤਾ ਵਿੱਚ ਆ ਕੇ ਤੇ ਆਪਣੇ ਜਿਹੜਾ ਚਰਨ ਸੀਸ ਸੀ ਉਹ ਗੁਰੂ ਦੇ ਚਰਨਾਂ ਉੱਤੇ ਧਰ ਦਿੱਤਾ ਹੈ ਜੀ। ਆਪਨੋ ਗਿਆਨ ਨਵੇਦਨ ਕਰਿਓ। ਇਹ ਸਤਿਗੁਰੂ ਜੀ, ਤੁਸੀਂ ਮੈਨੂੰ ਜਿਹੜਾ ਇਹ ਗਿਆਨ ਦਿੱਤਾ ਹੈ ਇਹ ਬੜਾ ਵੱਡਾ ਗਿਆਨ ਹੈ ਜੀ। ਆਮੋਕੋ ਨਿਸ਼ਚਾ ਦ੍ਰਿੜ ਭਇਓ। ਹੁਣ ਮੇਰੀ ਨਿਸ਼ਚਾ ਹੈ, ਮੇਰੇ ਮਨ ਦੇ ਅੰਦਰ ਇਹ ਵਿਚਾਰ ਹੈ, ਜੋ ਤੁਸੀਂ ਗਿਆਨ ਦਿੱਤਾ ਇਸ ਗਿਆਨ ਦੇ ਸਹਾਰੇ ਮੈਨੂੰ ਸਮਝ ਆ ਗਈ ਹੈ ਤੇ ਹੁਣ ਮੈਂ ਇੱਕ ਨਿਸ਼ਚਾ ਕੀਤਾ ਹੈ। ਉਹ ਤੋ ਜਾਣਬੋ ਜਾਨ ਸੋ ਲਿਓ। ਹੁਣ ਕਿਰਪਾ ਕਰੋ, ਹੁਤੋ ਜਾਣਬੋ ਜਾਨ ਸੋ ਲਿਓ,
ਭਾਵ ਹੁਣ ਕਿਰਪਾ ਕਰਕੇ, ਰਹਿਮਤ ਕਰਕੇ ਜੋ ਮੈਂ ਜਾਣਨਾ ਚਾਹੁੰਦਾ ਸਾਂ ਉਹ ਮੈਂ ਜਾਣ ਲਿਆ ਹੈ ਤੁਹਾਡੇ ਕੋਲੋਂ। ਜੋ ਮੈਨੂੰ ਇੱਛਾ ਸੀ ਉਹ ਮੈਂ ਸਭ ਕੁਝ ਜਾਣ ਲਿਆ ਹੈ ਜੀ। ਤੁਮ ਕਰਨਾ ਤੇ ਸੰਸੈ ਨਾਸ਼ੇ। ਤੁਸੀਂ ਦਇਆ ਜੇ ਖਜ਼ਾਨੇ ਜੇ, ਤੇ ਤੁਹਾਡੇ ਇਸ ਦਇਆ ਦੇ ਨਾਲ ਮੇਰੇ ਸਾਰੇ ਸੰਸ਼ੇ ਖਤਮ ਹੋ ਗਏ ਹਨ ਜੀ। ਪ੍ਰਾਪਤ ਚੇਤਨ ਆਨੰਦ ਰਾਸੇ। ਹੁਣ ਮੈਨੂੰ ਜਿਹੜੀ ਆਨੰਦ ਦੀ ਪ੍ਰਾਪਤੀ ਹੈ ਉਹ ਹੋ ਗਈ ਹੈ ਜੀ। ਅਬ ਮੈਂ ਸਰੀਰ ਤਿਆਗਨ ਕਰਹੁ। ਹੁਣ ਮੈਂ ਆਪਣਾ ਇਹ ਸਰੀਰ ਜਿਹੜਾ ਤਿਆਗ ਦੇਣਾ, ਕਿਉਂਕਿ ਇਹ ਪਿਛਲੀ ਸਦੀ ਤੋਂ ਜਿਹੜਾ ਸੀ ਇਸ ਜੋਗੀ ਨੇ ਮੱਠ ਵਿੱਚ ਬਹਿ ਕੇ ਆਪਣੇ ਪ੍ਰਾਣ ਚੜਾਏ ਸਨ। ਇਹ ਚਾਹੁੰਦਾ ਸੀ ਮੈਂ ਲੰਮੀ ਆਰਜੂ ਜਿਉਂ। ਇਹ ਪੁਰਾਣਾ, ਇਹ ਜੋਗੀਆਂ ਦਾ ਮਤ ਸੀ। ਜੋਗ ਮਤ ਦੇ ਅਨੁਸਾਰ ਕਈ ਸਾਲ, ਕਈ ਯੁੱਗ ਜਿਹੜੇ ਉਹ ਜੋਗੀ ਆਪਣੀ ਆਰਜੂ ਵਧਾਉਂਦੇ ਸਨ। ਭਾਵ ਆਪਣੇ ਸਵਾਸ ਚੜਾ ਲੈਣੇ ਤੇ ਮੱਠ ਵਿੱਚ ਬੈਠ ਜਾਣਾ, ਫਿਰ ਆਪਣੇ ਸਵਾਸਾਂ ਨੂੰ ਜਿਹੜਾ ਚੜਾਈ ਰੱਖਣਾ, ਸਵਾਸ ਪੂਰੇ ਨਾ ਹੋਣੇ ਤੇ ਮੌਤ ਨਾ ਹੋਣੀ। ਇਹ ਜੋਗੀਆਂ ਦਾ ਇੱਕ ਆਪਣਾ ਹੀ ਜਿਹੜਾ ਉਹ ਧਰਮ ਹੈ। ਹੁਣ ਜਦੋਂ ਗੁਰੂ ਜੀ ਦੇ ਬਚਨ ਪ੍ਰਾਪਤ ਕੀਤੇ ਤੇ ਆਖਣ ਲੱਗੇ ਸਤਿਗੁਰੂ ਜੀ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਹੈ, ਹੁਣ ਜਿਹੜਾ ਇਹ ਸਰੀਰ ਮੈਨੂੰ ਮਿਲਿਆ ਸੀ ਇਹ ਮੈਂ ਹੁਣ ਤਿਆਗ ਦੇਣਾ, ਕਿਉਂਕਿ ਹੁਣ ਮੈਨੂੰ ਸਮਝ ਆ ਗਈ ਕਿ ਇਹ ਸਰੀਰ ਸਭ ਕੁਝ ਨਹੀਂ, ਪ੍ਰਮਾਤਮਾ ਦਾ ਨਾਮ ਹੀ ਸਭ ਕੁਝ ਹੈ। ਜੀਅਤ ਰਹੋ ਨ ਕਾਜ ਵਿਚਾਰ ਹੈ। ਹੁਣ ਮੇਰਾ ਜੀਉਣਾ, ਜੋ ਮੇਰੀ ਮਨਸ਼ਾ ਸੀ, ਆਸ਼ਾ ਸੀ ਕਿ ਮੈਂ ਜਿਉਂਦਾ ਰਵਾਂ, ਇਹ ਮੇਰੇ ਮਨ ਦੀ ਆਸ਼ਾ ਜਿਹੜੀ ਹੈ, ਮਨਸ਼ਾ ਜਿਹੜੀ ਉਹ ਖਤਮ ਹੋ ਗਈ ਹੈ ਜੀ। ਜੋ ਕਰ ਤਬ ਸੋ ਮੈਂ ਕਰ ਲੀਨ। ਜੋ ਮੈਂ ਕਰਨਾ ਚਾਹੁੰਦਾ ਸੀ ਉਹ ਸਾਰਾ ਕੁਝ ਹੋ ਗਿਆ ਹੈ। ਹੁਣ ਮੇਰੇ ਮਨ ਦੀ ਇੱਛਾ ਕੋਈ ਨਹੀਂ ਹੈ ਜੀ। ਤੁਮਨੇ ਪੂਰੇ ਕਾਮਨਾ ਕੀਨ। ਮੇਰੇ ਮਨ ਦੀ ਜਿਹੜੀ ਕਾਮਨਾ ਸੀ ਤੁਸੀਂ ਪੂਰੀ ਕਰ ਦਿੱਤੀ ਹੈ ਜੀ। ਸੁਣ ਸ੍ਰੀ ਗੁਰ ਨੇ ਬਹੁ ਸਨਮਾਨ। ਗੁਰੂ ਜੀ ਨੇ ਇਹ ਬਚਨ ਸੁਣ ਕੇ ਤੇ ਬੜੇ ਸਨਮਾਨ ਦੇ ਨਾਲ ਉਸ ਜੋਗੀ ਵੱਲ ਜਿਹੜਾ ਸੀ ਉਹ ਵੇਖਿਆ ਸੀ ਜੀ। ਮੁਝ ਕੋ ਆਇਸ ਦਿਓ ਸਮਾਮੋ। ਤੇ ਫਿਰ ਜਦੋਂ ਗੁਰੂ ਜੀ ਨੇ ਦ੍ਰਿਸ਼ਟੀ ਨਾਲ, ਨਿਗਾਹ ਦੇ ਨਾਲ ਦੇਖਿਆ ਨਾ, ਤੇ ਫਿਰ ਹੱਥ ਜੋੜ ਕੇ ਜੋਗੀ ਜੀ ਆਖਣ ਲੱਗੇ ਹੇ ਪਾਤਸ਼ਾਹ ਮੁਝ ਕੋ ਐਸ ਦੇਹੋ ਸਮਝਾਓ, ਹੁਣ ਮੈਨੂੰ ਅਗਲਾ ਰਸਤਾ ਦੇਵੋ ਜੀ। ਰਹਿਬੇ ਕੋਨ ਸੰਕਲਪ ਉਠਾਮੋ। ਮੇਰੇ ਮਨ ਦੇ ਅੰਦਰ ਹੁਣ ਰਹਿਣ ਲਈ ਕੋਈ ਸੰਕਲਪ ਨਹੀਂ ਹੈ ਜੀ। ਅਬ ਕਿਰਪਾ ਇਸ ਬਿਦ ਕੀ ਕਰੋ। ਹੁਣ ਮੇਰੇ ਉੱਤੇ ਕਿਰਪਾ ਕਰੋ, ਇਸ ਤਰੀਕੇ ਦੀ ਕਿਰਪਾ ਕਰੋ ਜਿਸ ਤੇ ਆਪਨ ਤਨ ਪਰ ਹਾਰੋ। ਜਿਸ ਤੇ ਮੈਂ ਆਪਣਾ ਇਹ ਤਨ ਜਿਹੜਾ ਉਹ ਤਿਆਗ ਦੇਵਾਂ। ਦਿੜ ਨਿਸ਼ਚਾ ਜੋਗੀ ਕੋ ਜਾਨਾ। ਜਦੋਂ ਗੁਰੂ ਜੀ ਨੇ ਇਹ ਨਿਸ਼ਚਾ ਜੋਗੀ ਦੀ ਜਾਣ ਲਈ, ਸ੍ਰੀ ਅਰਜਨ ਬਿਗ ਸੰਤ ਬਖਾਨਾ। ਸਾਰਿਆਂ ਦੇ ਵਿਘਨਾਂ ਦਾ ਨਾਸ਼ ਕਰਨ ਵਾਲੇ ਧੰਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਕਰੋ ਜਥਾ ਅਬਲਾਖ ਤੁਮਾਰੀ। ਜੋ ਵੀ ਤੁਹਾਡੀ ਅਭਿਲਾਖਾ ਹੈ ਤੁਸੀਂ ਉਹ ਕਹਿਣਾ ਕਰੋ। ਜਿਮ ਉਚਰੋ ਤਿਮ ਹਮ ਅਨਸਾਰੀ। ਜਿਸ ਤਰ੍ਹਾਂ ਵੀ ਉਚਾਰਨ ਕਰੋਗੇ ਉਸੇ ਅਨੁਸਾਰ ਹੀ ਹੋਵੇਗਾ ਜੀ। ਪਨ ਬੁੱਢੇ ਮਹੋ ਗੁਰੂ ਬਖਾਨੇ। ਜਦੋਂ ਇਹ ਗੱਲ ਜੋਗੀ ਜੀ ਨੇ ਆਖੀ ਤੇ ਨਾਲ ਹੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਜਿਮ ਏਉ ਜੋਗੀ ਭਾਖੈ ਬਾਨੀ। ਇਹ ਜਿਸ ਤਰ੍ਹਾਂ ਜੋਗੀ ਆਖਦਾ ਏ ਉਸੇ ਤਰ੍ਹਾਂ ਕਰਨਾ ਹੈ ਜੀ। ਤੇ ਤਿਮ ਤੁਮ ਸੰਗ ਹੋਏ ਕਰ ਕਰੀਏ। ਤੁਸੀਂ ਇਸ ਜੋਗੀ ਦੇ ਨਾਲ, ਭਾਵ ਇਹ ਜੋਗੀ ਦੀ ਜੋ ਮਨਸ਼ਾ ਹੈ, ਜੋ ਮਨ ਦੀ ਮੁਰਾਦ ਹੈ, ਤੁਸੀਂ ਇਹਨਾਂ ਦੇ ਨਾਲ ਰਹਿ ਕੇ ਪੂਰੀ ਕਰਨੀ ਹੈ ਜੀ। ਪੁਰਸ਼ੋਤਮ ਆਏ ਸੰਸਰੀਏ। ਜੋ ਵੀ ਇਹਨਾਂ ਦੇ ਮਨ ਦੀ ਮਨਸ਼ਾ ਹੈ ਜੋਗੀ ਜੀ ਦੀ,
ਉਹ ਇਹਨਾਂ ਦੇ ਮਨ ਦੇ ਅਨੁਸਾਰ ਹੀ ਪੂਰੀ ਕਰਨੀ ਹੈ ਜੀ। ਹੁਕਮ ਪਾਏ ਸਤਿਗੁਰ ਕੋ ਖਲੇ। ਹੁਕਮ ਪਾ ਕੇ ਤੇ ਸਤਿਗੁਰੂ ਜੀ ਦੇ ਕੋਲ ਬਾਬਾ ਬੁੱਢਾ ਜੀ ਖਲੋ ਗਏ ਹਨ ਜੀ। ਅਵਲੋਕੈ ਲਖ ਪਾਵਨ ਭਲੇ। ਲੱਖਾਂ ਲੋਕ ਆਉਂਦੇ ਨੇ। ਆਪ ਜੀ ਜਾਣੀ ਜਾਣੋ ਕਿ ਜਦੋਂ ਕੋਈ ਅਸਚਰਜ ਗੱਲ ਹੋਵੇ ਨਾ, ਫਿਰ ਭੀੜ ਜਿਹੜੀ ਬੜੀ ਇਕੱਠੀ ਹੋ ਜਾਂਦੀ ਹੈ। ਸਰੋਵਰ ਦੀ ਖੁਦਵਾਈ ਹੋ ਰਹੀ ਸੀ ਸੰਦੋਖਸਰ ਦੀ, ਤੇ ਜਦੋਂ ਸਰੋਵਰ ਦੀ ਖੁਦਵਾਈ ਹੋ ਰਹੀ ਸੀ ਸੰਗਤਾਂ ਬੜੀਆਂ ਆ ਰਹੀਆਂ ਸਨ। ਉਸ ਖੁਦਾਈ ਦੇ ਸਮੇਂ ਹੀ ਇਹ ਮੱਠ ਨਿਕਲਿਆ ਜਿਸ ਵਿੱਚੋਂ ਇਹ ਜੋਗੀ ਨਿਕਲਿਆ ਸੀ। ਹੁਣ ਜਦੋਂ ਜੋਗੀ ਜਿਹੜਾ ਸੀ, ਇਹਦੀਆਂ ਅੱਖਾਂ ਖੁੱਲੀਆਂ, ਇਹਦੀ ਮਾਲਿਸ਼ ਕੀਤੀ ਗਈ, ਇਹਦਾ ਤਨ ਠੀਕ ਹੋਇਆ, ਸਰੀਰ ਵਿੱਚ ਸਾਹ ਆਇਆ। ਗੁਰੂ ਜੀ ਦੇ ਨਾਲ ਵਾਰਤਾਲਾਪ ਤੋਂ ਬਾਅਦ ਜਦੋਂ ਬਾਬਾ ਬੁੱਢਾ ਜੀ ਦੇ ਨਾਲ ਜੋਗੀ ਜੀ ਬੈਠ ਗਏ ਨੇ, ਹੁਣ ਸੰਗਤਾਂ ਚੱਲ ਕੇ ਆਣ ਕੇ ਵੇਖਣ ਲੱਗੀਆਂ ਨੇ ਕਿ ਪਿਛਲੇ ਯੁੱਗਾਂ ਦਾ ਇਹ ਜੋਗੀ, ਕਈ ਯੁੱਗਾਂ ਤੋਂ ਇਹਨੇ ਆਪਣੇ ਸਵਾਸ ਚੜ੍ਹਾਏ ਸਨ, ਉਹਦੇ ਦਰਸ਼ਨ ਕਰਨੇ ਹਨ। ਹੁਣ ਸਾਰੀ ਸੰਗਤ ਬੜੀ ਭੀੜ ਦੇ ਤਰ੍ਹਾਂ ਇਕੱਠੀ ਹੋ ਕੇ ਸੰਗਤੀ ਰੂਪ ਵਿੱਚ ਆਣ ਕੇ ਜੋਗੀ ਜੀ ਨੂੰ ਵੇਖ ਰਹੇ ਹਨ। ਹੋਤੇ ਜੇ ਲੋਕ ਫੇਰਤ ਚੋਂ ਪਾਸ। ਸੇਵਾ ਵੀ ਕਰ ਰਹੇ ਨੇ ਤੇ ਨਾਲ ਨਾਲ ਉਸ ਜੋਗੀ ਦੇ ਆਲੇ ਦੁਆਲੇ ਚਾਰ ਸਫੇਰੇ ਜਿਹੜੇ ਉਹ ਇਕੱਠੇ ਹੋ ਕੇ ਜੋਗੀ ਨੂੰ ਵੇਖ ਰਹੇ ਹਨ। ਗਮਨਤ ਭਏ ਮਿਲੇ ਨਰ ਰਾਸ। ਸਾਰੇ ਜਿੰਨੇ ਵੀ ਔਰਤਾਂ, ਬੁੱਢੇ, ਬਜ਼ੁਰਗ, ਨੌਜਵਾਨ ਸਾਰੇ ਇਕੱਠੇ ਹੋ ਕੇ ਜਿਹੜੇ ਨੇ ਉਹ ਦਰਸ਼ਨ ਕਰਨ ਨੂੰ ਆ ਰਹੇ ਹਨ। ਨਿਕਸਿਓ ਜੋਗੀ ਸੁਨ ਸੁਨ ਧਾਏ। ਸਾਰੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਜੋਗੀ ਜੀ ਇੱਕ ਉੱਥੇ ਆਏ ਨੇ ਜਿਨ੍ਹਾਂ ਨਾਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ। ਉਹ ਜੋਗੀ ਜੀ ਆਏ ਨੇ, ਉਹ ਜੋਗੀ ਬਾਹਰ ਨਿਕਲੇ ਨੇ, ਉਹਨਾਂ ਦੇ ਕੋਲ ਬਾਬਾ ਬੁੱਢਾ ਜੀ ਬੈਠੇ ਨੇ। ਸਾਰੇ ਇਹ ਹੋਕਾ ਫਿਰ ਗਿਆ ਹੈ ਜੀ। ਕਰਿਓ ਬਿਲੋਕਨ ਮਨ ਬੇਸਮਾਏ। ਸਾਰੇ ਮਨ ਵਿੱਚ ਇੱਕ ਦੂਜੇ ਦੇ ਨਾਲ ਅਚਰਜ ਹੋ ਕੇ ਗੱਲਾਂ ਕਰ ਰਹੇ ਹਨ ਜੀ। ਚਿਰੰਕਾਲ ਕੀ ਆਰ ਬਰਾਜੇ। ਤੇ ਆਖ ਰਹੇ ਨੇ ਕਿ ਭਾਈ ਅਸੀਂ ਸੁਣਿਆ ਇਹਦੀ ਬੜੇ ਲੰਬੀ ਉਮਰ ਹੈ, ਬੜੇ ਪਿਛਲੇ ਸਮੇਂ ਤੋਂ ਇਹ ਜਿਹੜਾ ਜੋਗੀ ਹੈ ਉਹ ਚੱਲਦਾ ਆ ਰਿਹਾ ਹੈ। ਅਚਰਜ ਇਸ ਜੁਗ ਮੈਂ ਦੇਖੈ ਤੇ। ਅਚਰਜ ਗੱਲ ਹੈ ਨਾ। ਹੁਣ ਇਸ ਯੁੱਗ ਦੇ ਵਿੱਚ ਕੋਈ ਪੁਰਾਣਾ ਪਿਛਲੇ ਯੁੱਗ ਦਾ ਪੁਰਸ਼ ਵੇਖ ਲਈਏ ਤੇ ਸਾਰੇ ਅਚਰਜ ਹੋ ਕੇ ਵੇਖਣਗੇ ਭਾਈ, ਕਿਉਂ ਨਾ ਜਾ ਕੇ ਦਰਸ਼ਨ ਕੀਤੇ ਜਾਣ। ਤੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਅਚਰਜ ਹੋ ਕੇ ਆ ਰਹੀਆਂ ਹਨ ਜੀ। ਤਾਏ ਤਾਏ ਹਰ ਕੈ ਬੇਸਮਾਮ। ਸਾਰੇ ਦੌੜ ਦੌੜ ਕੇ ਜਿਹੜੇ ਨੇ ਉਹ ਆ ਰਹੇ ਹਨ ਜੀ। ਅਪਰ ਅਪਰ ਸੋ ਕਰੈ ਬੁਝਾਮ। ਸਾਰੇ ਆਣ ਕੇ ਜਿਹੜੇ ਨੇ ਜੋਗੀ ਦੇ ਕੋਲ ਉਹਨਾਂ ਨੂੰ ਵੇਖਦੇ ਨੇ ਤੇ ਨਾਲੇ ਹੋਰਨਾਂ ਨੂੰ, ਆਂਢੀਆਂ ਗਵਾਂਢੀਆਂ ਨੂੰ ਵੀ ਖਬਰਾਂ ਦਿੰਦੇ ਹਨ। ਪੂਰਬਲੇ ਜੁਗ ਕੋ ਤਨ ਇਹੋ ਹੈ। ਇਹ ਜਿਹੜਾ ਤਨ ਹੈ, ਸਾਰੇ ਇਹ ਆਖ ਰਹੇ ਨੇ ਕਿ ਇਹ ਜਿਹੜਾ ਤਨ ਭਾਵ ਇਹ ਸਰੀਰ ਜਿਹੜਾ ਹੈ ਨਾ ਜੋਗੀ ਜੀ ਦਾ, ਇਹ ਪਿਛਲੇ ਜਨਮ ਦਾ ਹੈ, ਹੁਣ ਦਾ ਨਹੀਂ। ਇਹ ਪੂਰਬਲੇ ਭਾਵ ਪਿਛਲੇ ਜਨਮ ਦਾ ਹੈ ਜੀ। ਦੀਰਘਤਾ ਸਭ ਅੰਗਨ ਲੈ। ਇਹਨਾਂ ਦੇ ਜਿਹੜੇ ਅੰਗ ਨੇ ਇਹ ਵੀ ਬੜੇ ਲੰਬੇਰੀ ਉਮਰ ਦੇ ਨੇ, ਭਾਵ ਬੁੱਢੇ ਨੇ ਪਿਛਲੇ ਸਮੇਂ ਦੇ। ਦੀਰਘ ਭਾਵ ਬੜੇ ਪੁਰਾਣੇ ਜਿਹੜੇ ਨੇ ਇਹਨਾਂ ਦੇ ਇਹ ਅੰਗ ਸਰੀਰ ਦੇ ਉੱਤੇ ਜਿਹੜੇ ਨੇ ਇਹ ਵੀ ਬੜੇ ਪੁਰਾਣੇ ਹਨ ਜੀ। ਪਰਮ ਬ੍ਰਿਧ ਮੁਖ ਬਰਨ ਦੇ ਪਾਵਤ। ਭਾਈ ਇਹ ਜਿਹੜਾ ਜੋਗੀ ਹੈ ਬੜੀ ਉੱਚੀ ਅਵਸਥਾ ਵਾਲਾ ਦੱਸਿਆ ਜਾਂਦਾ ਹੈ ਜੀ। ਸ਼ੇਤ ਸ਼ਮਸ਼ਵਕਰ ਕੇਸ ਸੁਹਾਵਤ। ਇਹ ਜਿਹੜਾ ਜੋਗੀ ਸੀ ਨਾ, ਧਿਆਨ ਦੇਣਾ ਗੁਰੂ ਕੀ ਸੰਗਤ, ਇਹਦੇ ਸਰੀਰ ਦੇ ਉੱਤੇ ਜਿਹੜੇ ਸਨ ਕੇਸ ਸਨ, ਭਾਵ ਸਿਰ ਉੱਤੇ, ਮੁੱਖ ਉੱਤੇ ਜਿਹੜਾ ਦਾੜਾ ਸੀ, ਸਿਰ ਉੱਤੇ ਕੇਸ ਸਨ। ਇਹ ਭਾਵ ਇਹ ਹੈ ਕਿ ਪੁਰਾਣੇ ਜਿਹੜੇ ਜੋਗੀ ਹੋਏ ਨੇ, ਜੋ ਦਿਗੰਬਰ ਹੋਏ ਨੇ, ਜੋ ਵੀ ਰਿਸ਼ੀ ਮੁਨੀ ਹੋਏ ਨੇ, ਸਾਰਿਆਂ ਦੇ ਸਿਰ ਉੱਤੇ ਕੇਸ ਜ਼ਰੂਰ ਹੋਏ ਨੇ। ਕਿਉਂ? ਕਿਉਂਕਿ ਇਹ ਕੇਸ ਜਿਹੜੇ ਨੇ ਇਹ ਪ੍ਰਮਾਤਮਾ ਦੀ ਦੇਣ ਮੰਨਿਆ ਜਾਂਦਾ। ਅੱਜ ਅਸੀਂ ਸ਼ਾਇਦ ਭੁੱਲ ਗਏ ਹਾਂ। ਸਾਡੇ ਜਿਹੜੇ ਸਾਨੂੰ ਸਮਝਾਉਣ ਵਾਲੇ
ਦੂਸਰੇ ਧਰਮਾਂ ਦੇ ਵਿੱਚੋਂ ਇਹ ਆਖ ਰਹੇ ਨੇ ਕਿ ਇਹਨਾਂ ਦਾ ਕੋਈ ਲਾਭ ਨਹੀਂ। ਪਰ ਗੁਰੂ ਕੇ ਪਿਆਰਿਓ, ਇਤਿਹਾਸ ਇਸ ਗੱਲ ਦੀ ਗਵਾਹੀ ਭਰ ਰਿਹਾ। ਇੱਥੇ ਭਾਈ ਸਾਹਿਬ ਲਿਖ ਰਹੇ ਨੇ ਕਿ ਬ੍ਰਿਧ ਮੁਖ ਬਰਨ ਦਿਬਾਵਤ ਸੇਤ ਸਮਸੂ ਕੇਸ ਸੁਹਾਵਤ। ਭਾਵ ਸਰੀਰ ਬੁੱਢਾ ਏ ਪਰ ਸਿਰ ਉੱਤੇ ਜਿਹੜਾ ਵਾ ਦਾੜਾ ਕੇਸ ਨੇ, ਮੁੱਖ ਉੱਤੇ ਜਿਹੜਾ ਦਾੜਾ ਸੁਸ਼ੋਭਿਤ ਹੈ ਜੀ। ਨਿਕਸ ਵਹਿਰ ਸਭ ਮੈਂ ਥੇਰ ਹੋਵਾਂ। ਸਾਰੀਆਂ ਵਹੀਰਾਂ ਘੱਤ ਕੇ ਤੇ ਇਹਦੇ ਦਰਸ਼ਨ ਕਰਨ ਵਾਸਤੇ ਫਿਰ ਜੋਗੀ ਦੇ ਕੋਲ ਆ ਰਹੇ ਹਨ। ਦੇਖਿਓ ਜੋਗੀ ਸਭਨ ਕਰੋ। ਸਾਰਿਆਂ ਨੇ ਖਲੋ ਖਲੋ ਕੇ ਜੋਗੀ ਨੂੰ ਵੇਖਿਆ ਹੈ। ਕਹਿ ਇਹ ਥਾਨ ਪੁਨੀਤ ਮਹਾਨ। ਤੇ ਸਾਰੇ ਆਖ ਰਹੇ ਨੇ ਕਿ ਇਹ ਥਾਨ ਮਹਾਨ ਹੈ। ਕਿਉਂ? ਇਸ ਲਈ ਆਖ ਰਹੇ ਨੇ ਕਿ ਭਾਈ ਇਹ ਜਿਹੜਾ ਥਾਂ ਹੈ, ਇਸ ਥਾਂ ਦੇ ਉੱਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਸਰੋਵਰ ਦੀ ਖੁਦਵਾਈ ਕਰਵਾਈ। ਗੁਰੂ ਜੀ ਦੀਆਂ ਰਹਿਮਤਾਂ ਹੋਈਆਂ। ਇੱਥੋਂ ਇੱਕ ਮੱਠ ਨਿਕਲਿਆ ਜਿਹਦੇ ਵਿੱਚੋਂ ਜੋਗੀ ਆਇਆ। ਉਸ ਜੋਗੀ ਦੇ ਨਾਲ ਗੁਰੂ ਸਾਹਿਬ ਨੇ ਵਾਰਤਾਲਾਪ ਕੀਤੀ। ਜੋਗੀ ਪ੍ਰਸੰਨ ਹੋ ਗਿਆ। ਜੋਗੀ ਨੇ ਗੁਰੂ ਆਸੇ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ, ਭਾਵ ਗੁਰੂ ਜੀ ਨੂੰ ਆਖ ਰਹੇ ਨੇ, ਪਾਤਸ਼ਾਹ ਜੀ ਇਹ ਮੇਰਾ ਜਿਹੜਾ ਸਰੀਰ ਸੀ ਇਹ ਧੰਨ ਹੋ ਗਿਆ ਕਿਉਂਕਿ ਮੈਂ ਇੰਨੇ ਲੰਮੇ ਸਮੇਂ ਤੋਂ ਬੈਠਾ ਸਾਂ। ਜੋਗੀ ਆਖ ਰਿਹਾ ਹੈ ਕਿ ਜਿਹੜਾ ਮੇਰਾ ਗੁਰੂ ਸੀ ਉਹਨੇ ਸਮਝਾਇਆ ਸੀ ਕਿ ਇਸ ਮੱਠ ਵਿੱਚ ਬੈਠ, ਪ੍ਰਾਣ ਚੜਾ ਲੈ, ਜਦੋਂ ਸਵਾਸ ਚੜ ਜਾਣਗੇ ਤੇਰੀ ਆਰਜਾ ਲੰਮੀ ਹੋਵੇਗੀ, ਰੱਬ ਨੂੰ ਤੂੰ ਮਿਲ ਪਵੇਂਗਾ। ਪਰ ਸੱਚ ਜਾਣਿਓ ਅੱਜ ਪਰਿਪੂਰਨ ਪ੍ਰਮਾਤਮਾ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮੈਂ ਤੁਹਾਡੇ ਚਿਹਰੇ ਵਿੱਚੋਂ ਵੇਖਿਆ ਹੈ। ਵਾਕਈ ਤੁਸੀਂ ਪ੍ਰਮਾਤਮਾ ਦਾ ਰੂਪ ਹੋ। ਮੇਰਾ ਆਉਣਾ ਜਿਹੜਾ ਵਾ ਉਹ ਧੰਨ ਹੋ ਗਿਆ ਹੈ। ਹੁਣ ਸਾਰੀ ਸੰਗਤ ਵੀ ਆਣ ਕੇ ਇਹ ਗੱਲ ਆਖ ਰਹੀ ਹੈ ਕਿ ਇਹ ਥਾਨ ਜਿਹੜਾ ਏ, ਕਿਉਂਕਿ ਜਿੱਥੈ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਸਤਿਗੁਰੂ ਦੇ ਚਰਨ ਪੈ ਜਾਣ ਉਹ ਥਾਨ ਪਵਿੱਤਰ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਸਾਰੀ ਸੰਗਤ ਆਖ ਰਹੀ ਹੈ ਕਿ ਇਹ ਥਾਨ ਜਿਹੜਾ ਧੰਨ ਹੈ, ਇਸ ਜਗ੍ਹਾ ਧੰਨ ਹੈ, ਇਹ ਪਵਿੱਤਰ ਸਥਾਨ ਹੈ ਜੀ। ਮੋਹਰੋ ਸਬਨ ਮਿਰਤ ਕਾ ਪਾਈ। ਸੋ ਇਸ ਤਰ੍ਹਾਂ ਜਿੰਨੇ ਵੀ ਸਾਰੇ ਆਣ ਕੇ ਗੁਰੂ ਜੀ ਦੇ ਦਰ ਉੱਤੇ ਨਮਸਕਾਰ ਕਰਕੇ ਜੋਗੀ ਨੂੰ ਵੇਖਦੇ ਹਨ। ਤੇ ਹੁਣ ਜੋਗੀ ਜੀ ਆਖ ਰਹੇ ਨੇ ਕਿ ਹੇ ਸਤਿਗੁਰੂ ਜੀਓ ਵੀ ਸਮਾਂ ਆ ਗਿਆ, ਹੁਣ ਅਸੀਂ ਆਪਣਾ ਸਰੀਰ ਤਿਆਗਣਾ ਹੈ ਜੀ। ਜੋਗੀ ਕਰਿਓ ਆਲੋਪ ਤੇ ਥਾਈ। ਸਾਰੇ ਪਾਸੇ ਹੁਣ ਮਨ ਦੇ ਵਿੱਚ ਇਹ ਆਸਾ ਹੈ, ਧਿਆਨ ਦੇਣਾ। ਜੋਗੀਆਂ ਦਾ ਮਤ ਹੈ ਜਦੋਂ ਵੀ ਜੋਗੀ ਸੰਸਾਰ ਤੋਂ ਰੁਖਸਤ ਹੁੰਦਾ ਹੈ ਨਾ, ਉਹ ਆਪਣੇ ਪ੍ਰਾਣ ਚੜਾ ਕੇ ਤੇ ਉਹ ਧਰਤੀ ਵਿੱਚ ਬੈਠ ਜਾਂਦਾ ਏ। ਉਸ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਤੇ ਉਹ ਆਪਣੇ ਪ੍ਰਾਣ ਤਿਆਗ ਦਿੰਦਾ। ਇਹ ਜੋਗੀਆਂ ਦਾ ਮਤ ਹੈ। ਭਾਈ ਸਾਹਿਬ ਇਹ ਲਿਖ ਰਹੇ ਨੇ, ਮਨ ਵਿੱਚ ਮਤ ਆਸ਼ਾ ਲਿਆਉਣਾ ਕਿ ਸ਼ਾਇਦ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਨਹੀਂ। ਗੁਰੂ ਕੇ ਪਿਆਰਿਓ, ਜਿਸ ਦਾ ਮਤ ਸੀ ਗੁਰੂ ਨੇ ਉਸ ਮਤ ਦੇ ਉੱਤੇ ਚੋਟ ਨਹੀਂ ਮਾਰੀ, ਉਸ ਮਤ ਨੂੰ ਸਮਝਣ ਦੀ। ਕਿਉਂਕਿ ਜੇ ਜੋਗੀ ਹੈ ਨਾ, ਤੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ। ਗੱਲਾਂ ਦੇ ਨਾਲ ਜੋਗੀ ਨਹੀਂ ਬਣਿਆ ਜਾ ਸਕਦਾ। ਜੇ ਜੋਗ ਮਤ ਧਾਰਨ ਕਰਨਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਇੱਕ ਨਿਗਾਹ ਦੇ ਨਾਲ ਵੇਖਣਾ ਪਵੇਗਾ। ਇਹ ਨਹੀਂ ਕਿ ਮੈਂ ਜੋਗੀ ਹਾਂ ਤੇ ਮੈਂ ਹੀ ਪਾਰ ਬ੍ਰਹਮ ਨੂੰ ਪ੍ਰਾਪਤ ਕਰ ਸਕਦਾ, ਮੈਂ ਹੀ ਪਰਮਾਤਮਾ ਨੂੰ ਪਾ ਸਕਦਾ। ਇਹ ਗੁਰੂ ਜੀ ਦਾ ਵੀ ਸਿਧਾਂਤ ਹੈ, ਪਰ ਇੱਥੇ ਜੋਗੀਆਂ ਦਾ ਸਿਧਾਂਤ ਸੀ। ਤੇ ਉਸੇ ਸਿਧਾਂਤ ਅਨੁਸਾਰ, ਕਿਉਂਕਿ ਪਿੱਛੇ ਬਾਬਾ ਬੁੱਢਾ ਜੀ ਨੂੰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਗਏ ਨੇ ਕਿ ਜਿਸ ਤਰ੍ਹਾਂ ਵੀ ਇਹਨਾਂ ਦੀ ਮਨਸ਼ਾ ਹੋਵੇ ਉਸੇ ਤਰ੍ਹਾਂ ਹੀ ਕਰਨਾ। ਤੇ ਇਸੇ ਤਰ੍ਹਾਂ ਹੀ ਹੁਣ ਜਿਹੜਾ ਵਾ ਉਹ ਇਹਨਾਂ ਜੋਗੀ ਜੀ ਨੂੰ ਜਿਹੜਾ ਵਾ ਉਹ ਧਰਤੀ ਦੇ ਵਿੱਚ ਜਿਹੜਾ ਸੀ ਮਿੱਟੀ ਪਾ ਕੇ ਦਫਨਾ ਦਿੱਤਾ ਗਿਆ ਹੈ। ਬੇਜ਼ਮਤ ਹੋਏ ਸਕਲ ਹਟ ਆਏ। ਸਾਰੇ ਇਕੱਠੇ ਹੋ ਕੇ ਜਿਹੜੇ ਆਏ ਸਨ ਸਾਰੇ ਰਲ ਗਏ ਹਨ ਜੀ। ਆਏ ਪਰਸ ਮਿਲੈ ਪਰਸ ਪਰ ਕਹਿਤ ਸੁਨਾਏ। ਇਹ ਸਾਰੇ ਇੱਕ ਦੂਜਿਆਂ ਨੂੰ ਇਹ ਸੁਣਾ ਰਹੇ ਨੇ ਕਿ ਭਾਈ ਜਿਹੜੇ ਜੋਗੀ ਆਏ ਸਨ
ਉਹ ਇਸ ਧਰਤੀ ਤੋਂ ਰੁਸਤਕ ਹੋ ਗਏ ਹਨ, ਚਲੇ ਗਏ ਹਨ ਜੀ। ਚਰੰਕਾਲ ਆਰ ਬਲਾ ਤੇ ਜਾਹੇ ਇਹਨਾਂ ਦੀ ਉਮਰ ਜਿਹੜੀ ਸੀ ਬੜੀ ਲੰਮੀ ਸੀ। ਮੁਖ ਪਰ ਦਿਪਤ ਜੋਤ ਬੋਤਾਹੇ ਇਹਨਾਂ ਦੇ ਮੁਖ ਉੱਤੇ ਜਿਹੜਾ ਸੀ ਬੜਾ ਨੂਰਾਨੀ ਜਿਹੜਾ ਸੀ ਉਹ ਜਲਾਲ ਸੀ, ਕਿਉਂਕਿ ਗੁਰੂ ਜੀ ਦੇ ਕੋਲੋਂ ਇਹਨਾਂ ਨੇ ਬਚਨ ਪ੍ਰਾਪਤ ਕਰ ਲਏ ਸਨ। ਧਨ ਪੁਰਖ ਐਸੇ ਜਗ ਮਾਹੇ ਜਿਨ੍ਹਾਂ ਨੇ ਗੁਰੂ ਦਾ ਬਚਨ ਹਾਸਲ ਕਰ ਲਿਆ, ਤੇ ਭਾਈ ਸਾਹਿਬ ਲਿਖ ਰਹੇ ਨੇ ਉਹ ਧਨ ਹੈ ਇਸ ਸੰਸਾਰ ਦੇ ਉੱਤੇ। ਮਨ ਬੇਕਾਰ ਜਿਨ ਪਰ ਸਿਓ ਨਾਹੇ ਜਿਨ੍ਹਾਂ ਦੇ ਮਨ ਦੇ ਅੰਦਰ ਵਿਕਾਰ ਖਤਮ ਹੋ ਗਏ, ਮਨ ਦੀਆਂ ਕਾਮਨਾਵਾਂ ਖਤਮ ਹੋ ਗਈਆਂ, ਜਿਨ੍ਹਾਂ ਦੇ ਮਨ ਦੇ ਅੰਦਰ ਸੰਸਾਰ ਦੇ ਉੱਤੇ ਜਿਉਣਾ, ਸੰਸਾਰ ਦੇ ਉੱਤੇ ਕਰਮ ਕਰਨੇ, ਇਹ ਸਾਰੀਆਂ ਮਨਸ਼ਾ ਜਿਹੜੀਆਂ ਨੇ ਗੁਰੂ ਆਸੇ ਅਨੁਸਾਰ ਹੋ ਗਈਆਂ ਹੁਣ। ਭਾਈ ਉਹਨਾਂ ਨੂੰ ਸਾਰਿਆਂ ਨੂੰ ਭਾਈ ਸਾਹਿਬ ਲਿਖਦੇ ਨੇ, ਗੁਰੂ ਸਾਹਿਬ ਧੰਨ ਧੰਨ ਆਖਦੇ ਹਨ ਜੀ। ਦੋਹਰਾ ਏਮ ਜੋਗੀ ਤਪਸੀ ਮਹਿਦ ਭਇਓ ਬਿਰਤੰਤ ਵਿਸਾਲ। ਭਾਈ ਇਹ 36ਵਾਂ ਅਧਿਆਇ ਖਤਮ ਹੋਇਆ, ਜਿਸ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਸੰਤੋਖ ਸਰ ਦੀ ਧਰਤੀ ਦੇ ਉੱਤੇ ਜੋਗੀ ਨੂੰ ਉਪਦੇਸ਼ ਕਰਦੇ ਨੇ, ਜੋ ਮੱਠ ਵਿੱਚੋਂ ਨਿਕਲਿਆ ਸੀ। ਜੋਗੀ ਜੀ ਗੁਰੂ ਜੀ ਦਾ ਕਹਿਆ ਹੋਇਆ ਬਚਨ ਕਮਾ ਕੇ ਇਸ ਧਰਤੀ ਤੋਂ ਚਲੇ ਜਾਂਦੇ ਹਨ, ਪ੍ਰਾਣ ਤਿਆਗ ਜਾਂਦੇ ਹਨ, ਗੁਰੂ ਦਾ ਕਹਿਆ ਹੋਇਆ ਸਿਰ ਮੱਥੇ ਮੰਨਦੇ ਹਨ। ਹੁਣ ਅਗਲਾ ਜਿਹੜਾ 37ਵਾਂ ਅਧਿਆਇ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਤਿਹਾਸ ਹੈ, ਪਰ ਸਾਡੇ ਮਨ ਦੀ ਜਿਹੜੀ ਭਾਵਨਾ ਹੈ ਨਾ, ਅਸੀਂ ਰੋਜ਼ਾਨਾ ਹੀ ਆਣ ਕੇ ਦਰਬਾਰ ਸਾਹਿਬ ਜਦੋਂ ਵੀ ਇਸ਼ਨਾਨ ਲੋਚਦੇ ਹਾਂ, ਤੇ ਉਸ ਪਾਵਨ ਅਸਥਾਨ ਦੇ ਉੱਤੇ ਜਿੱਥੇ ਦੁੱਖ ਭੰਜਣੀ ਬੇਰੀ ਹੈ, ਉਸ ਪਾਵਨ ਅਸਥਾਨ ਦੇ ਉੱਤੇ ਅਸੀਂ ਜਿਹੜਾ ਵਾ ਉਹ ਇਸ਼ਨਾਨ ਕਰਨਾ ਲੋਚਦੇ ਹਾਂ। ਕੁਝ ਕੁ ਇਤਿਹਾਸਕ ਘਟਨਾਵਾਂ ਜੋ ਗੁਰੂ ਰਾਮਦਾਸ ਜੀ ਦੇ ਦਰ ਦੀਆਂ ਨੇ, ਉਹਨਾਂ ਘਟਨਾਵਾਂ ਦੇ ਕਾਰਨ ਉੱਥੋਂ ਦਾ ਇਤਿਹਾਸ ਜਿਹੜਾ ਉਹ ਸਿਰਜਿਆ ਗਿਆ। ਜਿਸ ਤਰ੍ਹਾਂ ਇਹ ਇਲਾਕਾ ਜਿਹੜਾ ਸੀ ਗੁਰੂ ਕੀ ਸੰਗਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ, ਇਸ ਇਲਾਕੇ ਦੇ ਵਿੱਚ ਬਹੁਤ ਬੇਰੀਆਂ ਸਨ। ਤੇ ਅੱਜ ਅਸੀਂ ਵੇਖਦੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਅੰਦਰ, ਦਾਇਰੇ ਦੇ ਅੰਦਰ ਜਿਹੜਾ ਉਹ 3 ਬੇਰੀਆਂ ਅਜੇ ਵੀ ਮੌਜੂਦ ਨੇ, ਇਤਿਹਾਸਕ ਬੇਰੀਆਂ। ਇੱਕ ਦੁੱਖ ਭੰਜਣੀ ਬੇਰੀ, ਇੱਕ ਬਾਬਾ ਬੁੱਢਾ ਸਾਹਿਬ ਵਾਲੀ ਬੇਰੀ, ਇੱਕ ਲਾਚੀ ਬੇਰੀ। ਇਹ 3 ਬੇਰੀਆਂ ਅਸੀਂ ਅੱਜ ਵੀ ਪ੍ਰਕਰਮਾਂ ਦੇ ਵਿੱਚ ਤੱਕਦੇ ਹਾਂ। ਇੱਥੇ ਬਹੁਤ ਵੱਡਾ ਜੰਗਲ ਸੀ ਇਲਾਕਾ, ਚਾਹੇ ਇਸ ਇਲਾਕੇ ਦੇ ਆਸੇ-ਪਾਸੇ ਜਿਹੜੇ ਨਗਰ ਸਨ ਉਹ ਵੱਸਦੇ ਸਨ, ਪਰ ਇੰਨੀ ਜਗ੍ਹਾ ਜਿਹੜੀ ਸੀ ਇਹ ਬਿਲਕੁਲ ਖਾਲੀ ਸੀ ਜਿੱਥੇ ਬੇਰੀਆਂ ਹੀ ਬੇਰੀਆਂ ਸਨ। ਹੁਣ ਇਹ ਅੱਜ ਦਾ ਜਿਹੜਾ ਇਤਿਹਾਸ ਇਸ 37ਵੇਂ ਅਧਿਆਏ ਅੱਗੇ ਚੱਲਣ ਲੱਗਾ ਹੈ, ਉਹ ਦੁੱਖ ਭੰਜਣੀ ਬੇਰੀ ਦਾ ਹੈ। ਭਾਈ ਸਾਹਿਬ ਲਿਖਦੇ ਨੇ ਕਿ ਜਿਸ ਤਰ੍ਹਾਂ ਇਮ ਜੋਗੀ ਤਮਸੀ ਮਦ ਭਇਓ ਬਿਰਤੰਤ ਵਿਸਾਲ, ਇਹ ਜੋਗੀ ਦੀ ਜਿਹੜੀ ਸਾਖੀ ਸੀ ਇਹ ਸਾਰੀ ਸੰਗਤ ਦੇ ਵਿੱਚ ਫੈਲ ਗਈ। ਕਿਸ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ ਜੀ। ਸੁਨ ਪੇਖ ਨਰ ਨਾਰੀ ਤਾਹਾਂ ਆਚਰਜ ਭੈ ਤਿਸ ਕਾਲ। ਤੇ ਇਹ ਸਾਰੀ ਸਾਖੀ ਸੁਣ ਕੇ ਸਾਰੀਆਂ ਸੰਗਤਾਂ ਅਸਚਰਜ ਹੋ ਰਹੀਆਂ ਸਨ, ਧੰਨ ਧੰਨ ਕਹਿ ਰਹੀਆਂ ਸਨ ਜੀ। ਕਿਉ ਭਾਈ ਇਤਨੇ ਬਿਖੈ ਝਗਰ ਤੇ ਤਾਹਾਂ। ਇੰਨੇ ਚਿਰ ਨੂੰ ਹੁਣ ਅਗਲਾ ਇਹ ਅਧਿਆਇ ਸ਼ੁਰੂ ਹੋਇਆ ਤੇ ਇਹਦੇ ਵਿੱਚ ਸਾਖੀ ਸ਼ੁਰੂ ਹੋਈ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਉਸ ਜੋਗੀ ਨੂੰ ਉਪਦੇਸ਼ ਕਰ ਰਹੇ ਨੇ, ਸੰਗਤਾਂ ਆ ਜਾ ਰਹੀਆਂ ਨੇ, ਤੇ ਇਸੇ ਸੇਵਾ ਦੇ ਦੌਰਾਨ ਇੱਕ ਜੋੜਾ ਜਿਹੜਾ ਵਾ ਉਹ ਝਗੜਦਾ ਹੋਇਆ ਇਸ ਦਰ ਤੇ ਆ ਗਿਆ ਹੈ ਜੀ। ਸੰਪਤ ਚੱਲ ਆਏ ਗੁਰ ਜਹਾਂ। ਇਹ ਦੋਵੇਂ ਜਿਹੜੇ ਜੀ ਸਨ ਝਗੜਦੇ ਝਗੜਦੇ ਗੁਰੂ ਦੇ ਦਰ ਉੱਤੇ ਆ ਗਏ ਹਨ ਜੀ। ਸੋਏ ਪਰ ਸੰਗ ਸ਼ੌਰਤ ਬਰਨੋ। ਇੱਥੇ ਫਿਰ ਇਹ ਪ੍ਰਸੰਗ ਜਿਹੜਾ ਵਾ ਇਹ ਦੋਨਾਂ ਦਾ
ਕਿਉਂਕਿ ਦੋ ਜਾਣੇ ਲੜ ਰਹੇ ਨੇ, ਜੋ ਦੋ ਜਾਣੇ ਝਗੜ ਰਹੇ ਨੇ। ਧਿਆਨ ਦੇਣਾ, ਜਿਹੜੀ ਅਸੀਂ ਸਾਖੀ ਸਰਵਣ ਕਰਨੀ ਹੈ ਇਹਦੇ ਵਿੱਚ ਇਹ ਦੋਵੇਂ ਪਤੀ ਤੇ ਪਤਨੀ ਦੋਵੇਂ ਜਾਣੇ ਝਗੜ ਰਹੇ ਨੇ ਤੇ ਉਸ ਝਗੜੇ ਨੂੰ ਲੈ ਕੇ ਗੁਰੂ ਦੇ ਕੋਲ ਆਏ ਰਹੇ ਨੇ, ਜਿੱਥੋਂ ਹੁਣ ਇਹ ਪ੍ਰਸੰਗ ਸ਼ੁਰੂ ਹੋਣ ਲੱਗਾ ਹੈ ਜੀ। ਜਥਾ ਸੁਦਾ ਸਰ ਬਿਦਤ ਕਰਨੋ, ਜਿਨ੍ਹਾਂ ਨੇ ਆਣ ਕੇ ਗੁਰੂ ਅੱਗੇ ਬੇਨਤੀ ਕਰਨੀ ਹੈ ਜੀ। ਮਾਝੇ ਦੇਸ਼ ਪੁਰੀ ਇੱਕ ਹੈ। ਹੁਣ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਝੇ ਦਾ ਇਲਾਕਾ ਹੈ, ਮਾਝੇ ਦੇਸ਼ ਪੁਰੀ ਇੱਕ ਹੈ ਤੇ ਇਸ ਮਾਝੇ ਦੇਸ਼ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ, ਕਸਬਾ ਹੈ, ਪੱਟੀ ਨਾਮ ਜਿਸ ਕੋ ਕਹੈ, ਜਿਹਦਾ ਨਾਮ ਹੈ ਪੱਟੀ। ਇਹ ਪੱਟੀ ਦਾ ਇਲਾਕਾ ਹੈ ਜੀ। ਤੈ ਕੋ ਨਿਰਪ ਲਗ ਰਾਜ ਕਰੰਤਾ, ਇੱਥੇ ਇੱਕ ਰਾਜਾ ਜਿਹੜਾ ਸੀ ਲਘੂ ਰਾਜ ਕਰੰਤਾ, ਛੋਟੇ ਜਿਹੇ ਇਸ ਇਲਾਕੇ ਦੇ ਵਿੱਚ ਇੱਕ ਜਿਹੜਾ ਉਹ ਆਦਮੀ ਰਾਜ ਕਰ ਰਿਹਾ ਸੀ। ਤੁਰ ਕਨ ਕੇ ਅਨੁਸਾਰ ਰਹੰਤਾ, ਜਿਹੜਾ ਤੁਰਕਾਂ ਦੇ ਅਧੀਨ ਰਹਿ ਕੇ ਜਿਹੜਾ ਆਪਣਾ ਰਾਜ ਭਾਗ ਚਲਾ ਰਿਹਾ ਸੀ। ਤਿਸ ਗ੍ਰਹਿ ਸੁਤਾ ਪੰਜ ਜਨਮਾਈ, ਇਹਦੇ ਘਰ ਵਿੱਚ 5 ਧੀਆਂ ਨੇ ਜਨਮ ਲਿਆ ਹੈ ਜੀ। ਮਦਤ ਆਰਬਲ ਰੂਪ ਸੁਹਾਈ, ਇਹਨਾਂ ਦੇ ਜਿਹੜੇ ਤਨ ਹਨ, ਸਰੀਰ ਹਨ, ਬੜੇ ਉੱਚੇ ਲੰਮੇ ਤੇ ਸੋਹਣੇ ਹਨ ਜੀ। ਸੁੰਦਰ ਅੰਗ ਰੰਗ ਤਨ ਗੋਰਾ, ਇਹਨਾਂ ਦਾ ਸਰੀਰ ਬੜਾ ਸੁੰਦਰ ਹੈ ਜੀ। ਕਮਲ ਲੋਚਨੀ ਔਰਜ ਕਠੋਰਾ, ਇਹਨਾਂ ਦੇ ਸਰੀਰ ਜਿਹੜੇ ਹਨ ਬੜੇ ਲਚਕਦਾਰ ਹਨ, ਭਾਵ ਬੜੇ ਸ਼ਡੌਲ ਤਕੜੇ ਹਨ ਜੀ। ਤਿਨ ਮੈਂ ਏਕ ਹੋਤੀ ਸਤ ਸੰਗਨ, ਇਹਨਾਂ ਵਿੱਚੋਂ ਇੱਕ ਜਿਹੜੀ ਧੀ ਹੈ, ਇੱਕ ਲੜਕੀ, 5 ਧੀਆਂ ਦੇ ਵਿੱਚੋਂ। ਫਿਰ ਧਿਆਨ ਦੇਣਾ, ਪੱਟੀ ਦਾ ਇਲਾਕਾ ਹੈ, ਉਸ ਪੱਟੀ ਦੇ ਇਲਾਕੇ ਦੇ ਵਿੱਚੋਂ ਜਿਹੜਾ ਉੱਥੋਂ ਦਾ ਚੌਧਰੀ ਹੈ ਉਹਦੀਆਂ 5 ਧੀਆਂ, ਉਹਨਾਂ 5 ਧੀਆਂ ਦੀ ਗੱਲ ਚੱਲ ਰਹੀ ਹੈ ਤੇ 5 ਧੀਆਂ ਦੇ ਵਿੱਚੋਂ ਇੱਕ ਧੀ ਹੈ ਜਿਹੜੀ ਉਹ ਸਤ ਸੰਗ ਕਰਦੀ ਹੈ ਜੀ। ਅਲਪ ਆਰਬਲ ਕੋਮਲ ਅੰਗਨ, ਜਿਹਦੀ ਉਮਰ ਬੜੀ ਥੋੜੀ ਹੈ ਪਰ ਹੈ ਬੜੀ ਸੁਸ਼ੀਲ। ਪ੍ਰਭ ਕੇ ਗੁਣ ਸੰਤਨ ਤੇ ਸੁਨੇ, ਜੋ ਜਦੋਂ ਵੀ ਕੋਈ ਸੰਤ ਜਨ ਆ ਜਾਂਦਾ ਹੈ ਉਹ ਪ੍ਰਮਾਤਮਾ ਦੇ ਗੁਣ ਉਹਨਾਂ ਸਤ ਸੰਗਤ ਦੇ ਵਿੱਚੋਂ ਸਰਵਣ ਕਰਦੀ ਹੈ। ਪ੍ਰਭ ਕੇ ਗੁਣ ਸੰਤਨ ਤੇ ਸੁਣੇ, ਜਿਹੜੇ ਪ੍ਰਭੂ ਦੇ ਗੁਣ ਨੇ ਨਾ, ਭਾਵ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਸੰਤਾਂ ਦੇ ਕੋਲੋਂ ਸਰਵਣ ਕੀਤਾ ਹੈ। ਬੈਠੈ ਨਿਕਟ ਜਬ ਮਿਲ ਭਨੇ, ਜਿੱਥੇ ਵੀ ਸਤ ਸੰਗਤ ਮਿਲਦੀ ਹੈ ਉੱਥੇ ਜਾ ਕੇ ਉਹ ਲੜਕੀ ਜਿਹੜੀ ਹੈ ਉਹ ਬੈਠ ਜਾਂਦੀ ਹੈ। ਜੀਵ ਜੀਵ ਪ੍ਰਤ ਤਿੰਨੋਂ ਲੋਕ, ਤਿੰਨਾਂ ਲੋਕਾਂ ਦੇ, ਜੀਵ ਜੀਵ ਪ੍ਰਤ ਤਿੰਨੋਂ ਲੋਕ, ਭਾਵ ਜਿੰਨੇ ਵੀ ਇਸ ਧਰਤੀ ਦੇ ਉੱਤੇ ਜੀਵ ਪੈਦਾ ਕੀਤੇ ਹੋਏ ਨੇ ਪ੍ਰਮਾਤਮਾ ਨੇ, ਤਿੰਨਾਂ ਲੋਕਾਂ ਦੇ। ਇਹ ਨਹੀਂ ਕਿ ਹੁਣ ਦੇ, ਇਹ ਤਿੰਨਾਂ ਲੋਕਾਂ ਦੀ ਗੱਲ ਚੱਲ ਰਹੀ ਹੈ ਕਿ ਜਿਹੜੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ, ਇਹ ਤਿੰਨਾਂ ਲੋਕਾਂ ਦੇ ਜੀਵ ਨਿਤ ਪਾਲਤ ਸਭ ਪ੍ਰਭੂ ਆਰੋਕ, ਇਹ ਉਹਨਾਂ ਸੰਤਾਂ ਦੇ ਵਿੱਚੋਂ ਸਰਵਣ ਕਰਦੀ ਹੈ ਕਿ ਸਾਰੇ ਜੀਵ ਜਿਹੜੇ ਨੇ ਤਿੰਨਾਂ ਲੋਕਾਂ ਦੇ, ਇਹ ਪ੍ਰਮਾਤਮਾ ਨਿਤ ਪਾਲਤ ਸਭ ਪ੍ਰਭੂ ਆਰੋਕ, ਭਾਵ ਪ੍ਰਮਾਤਮਾ ਜਿਹੜਾ ਹੈ ਇਹਨਾਂ ਸਾਰਿਆਂ ਨੂੰ ਪਾਲ ਰਿਹਾ ਹੈ ਜੀ। ਜੋ ਜਿਸ ਜੂਨ ਜਹਾਂ ਤੈ ਪ੍ਰਾਨੀ, ਜਿਹੜੀ ਵੀ ਜੂਨ ਹੈ, ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ, ਜਿੱਥੇ ਵੀ ਪ੍ਰਮਾਤਮਾ ਜੀਵਾਂ ਨੂੰ ਪੈਦਾ ਕਰਦਾ, ਚਾਹੇ ਉਹ ਪੱਥਰ ਵਿੱਚ ਨੇ, ਚਾਹੇ ਉਹ ਪਾਣੀ ਵਿੱਚ ਨੇ, ਚਾਹੇ ਉਹ ਧਰਤੀ ਤੇ ਨੇ, ਚਾਹੇ ਉਹ ਬਨਸਪਤੀ ਦੇ ਵਿੱਚ, ਚਾਹੇ ਉਹ ਆਂਡਿਆਂ ਤੋਂ ਪੈਦਾ ਹੋਏ ਨੇ, ਚਾਹੇ ਉਹ ਜੇਰ ਤੋਂ ਪੈਦਾ ਹੋਏ ਨੇ, ਚਾਹੇ ਉਹ ਪਸੀਨੇ ਤੋਂ ਪੈਦਾ ਹੋਏ ਨੇ, ਭਾਵ ਇਹ ਸਾਰੇ ਜਿੰਨੇ ਵੀ ਜੀਵ ਹਨ ਜਿਹੜੇ ਪ੍ਰਮਾਤਮਾ ਨੇ ਪੈਦਾ ਕੀਤੇ ਹਨ, ਤਾਹਾਂ ਦੇਤ ਭੋਜਨ ਗੁਣ ਖਾਨੇ, ਉਹ ਗੁਣਾ ਦੀ ਖਾਨ ਸਤਿਗੁਰੂ ਜੀ ਭਾਵ ਪ੍ਰਮਾਤਮਾ ਇਹ ਸਾਰਿਆਂ ਨੂੰ ਭੋਜਨ ਦਿੰਦੇ ਹਨ ਜੀ। ਸ੍ਰੀ ਗੁਰ ਨਾਨਕ ਕਰਿਓ ਸ਼ਲੋਕ, ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਹੈ। ਪਠਤ ਵਿਚਾਰਤ ਸੋ ਪ੍ਰਭ ਲੋਕ, ਉਹ ਜਿਹੜੇ ਲੋਕ ਨੇ ਉਹ ਆਣ ਕੇ ਸੁਣਾਉਣਾ ਕਰਦੇ ਹਨ ਜੀ। ਜਿਸ ਤੇ ਸੁਨ
ਕਨਿਆ ਡਿਡ ਕੀਨੋ। ਉਸ ਕੰਨਿਆ ਨੇ ਭਾਵ ਉਸ ਧੀ ਨੇ ਆਪਣੇ ਕੰਨਾਂ ਦੇ ਨਾਲ ਇਹ ਸਰਵਣ ਕੀਤਾ ਹੈ। ਸੋ ਅਬ ਇਸ ਥਲ ਲਿਖ ਕਰ ਦੀਨੋ। ਭਾਈ ਸਾਹਿਬ ਕਹਿੰਦੇ ਨੇ ਹੁਣ ਮੈਂ ਇਹ ਸ਼ਬਦ ਇਸ ਪਾਵਨ ਗ੍ਰੰਥ ਦੇ ਅੰਦਰ ਦਰਜ ਕਰਦਾ ਹਾਂ। ਜਿਹੜਾ ਉਹ ਪਾਵਨ ਸ਼ਬਦ ਹੈ ਨਾ, ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਬੇਗਾਂ ਖੇਤਾਂ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂ, ਅੰਡਜ ਜੀਰਜ ਉਤਪਜਾਂ ਖਾਣੀ ਸੀਤ ਜਾਂ, ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਤਾਂ, ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ, ਜਿਨ ਕਰਤੈ ਕਰਣਾ ਕੀਆ ਚਿੰਤਾ ਬੇ ਕਰਨੀ ਤਾ। ਇਹ ਪਾਵਨ ਬਚਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਭਾਵ ਵੀ ਜੋ ਕੁਝ ਵੀ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਉਹਨਾਂ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਦਾਤਾ ਕੇਵਲ ਪ੍ਰਮਾਤਮਾ ਹੈ। ਕਿਉਂਕਿ ਗੁਰੂ ਦਾ ਬਚਨ ਅਸੀਂ ਸਰਵਣ ਕਰਦੇ ਹਾਂ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੀ ਅਗਣਤ ਭਰੇ ਭੰਡਾਰ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਉਹ ਪ੍ਰਮਾਤਮਾ ਸਾਰਿਆਂ ਨੂੰ ਦੇ ਰਿਹਾ, ਇੱਕ ਨਹੀਂ ਕਈ ਜੁਗਾਂ ਤੋਂ। ਸਾਡੇ ਦਾਦੇ ਪੜਦਾਦੇ ਉਹਦੇ ਪਰ ਉਸ ਨਿਸਚੈ ਕੀਨ। ਇਹ ਸ਼ਬਦ ਜਿਹੜਾ ਸੀ ਉਸ ਇਸਤਰੀ ਨੇ ਭਾਵ ਉਸ ਧੀ ਨੇ ਉਹਨਾਂ ਪੰਜਾਂ ਇਸਤਰੀਆਂ ਦੇ ਵਿੱਚੋਂ, ਪੰਜਾਂ ਧੀਆਂ ਦੇ ਵਿੱਚੋਂ ਸਭ ਤੋਂ ਛੋਟੀ ਧੀ ਨੇ ਇਹ ਆਪਣੇ ਕੰਨਾਂ ਦੇ ਨਾਲ ਸੁਣਿਆ ਹੈ ਜੀ। ਤੀਨ ਲੋਕ ਪਤ ਪਰਮ ਗੁਰ, ਰਿਜਕ ਸਬਨ ਕੋ ਦੀਨ। ਇਹ ਤਿੰਨਾਂ ਲੋਕਾਂ ਦੇ ਭਾਵ ਤਿੰਨਾਂ ਲੋਕਾਂ ਦੇ ਵਿੱਚ ਜਿਹੜਾ ਪੈਦਾ ਕੀਤੇ ਹੋਏ ਜੀਵ ਨੇ ਉਹਨਾਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ ਜੀ। ਕਿਉਂ ਭਾਈ ਇੱਕ ਦਿਨ ਸਭ ਕੰਨਿਆ ਮਿਲ ਕਰਕੇ, ਇੱਕ ਦਿਨ ਸਾਰੀਆਂ ਕੰਨਿਆ ਜਿਹੜੀਆਂ ਸਨ ਇਹ ਇਸਤਰੀਆਂ ਪੁੱਤਰੀਆਂ ਰਾਜੇ ਦੀਆਂ ਇਕੱਠੀਆਂ ਹੋ ਕੇ ਬੈਠੀਆਂ ਹਨ ਜੀ। ਕਥਾ ਅਨੇਕ ਸੁਨਾਏ ਵਿਚਾਰ ਕੈ। ਤੇ ਸਾਰੀਆਂ ਬੈਠੀਆਂ ਹੋਈਆਂ ਨੇ ਤੇ ਆਪਸ ਵਿੱਚ ਇੱਕ ਦੂਜੇ ਨੂੰ ਗੱਲਾਂ ਸੁਣਾ ਰਹੀਆਂ ਹਨ ਜੀ। ਨਿਜ ਪਿਤ ਕੀ ਭਾਗਤ ਵਡਿਆਈ। ਤੇ ਵਿੱਚ ਬੈਠੀਆਂ ਹੋਈਆਂ ਸਾਰੀਆਂ ਆਪਣੇ ਪਿਤਾ ਦੀ ਵਡਿਆਈ ਕਰ ਰਹੀਆਂ ਹਨ। ਮੈਂ ਪਦਾਰਥ ਆਦਿਕ ਪੁਗਾਈ। ਕਿ ਸਾਨੂੰ ਅਨੇਕਾਂ ਪ੍ਰਕਾਰ ਦੇ ਪਦਾਰਥ ਜਿਹੜੇ ਨੇ ਸਾਡੇ ਪਿਤਾ ਜੀ ਦੇ ਰਹੇ ਹਨ ਜੀ। ਖਾਨ ਪਾਨ ਪਹਿਰਨ ਕੋ ਦਾਤਾ। ਉਹ ਸਾਨੂੰ ਖਾਣ ਪਾਣ ਵਾਸਤੇ ਬਹੁਤ ਕੁਝ ਦਿੰਦਾ ਹੈ। ਤਨ ਉੱਤੇ ਪਹਿਨਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਵਸਤਰ ਲਿਆ ਕੇ ਦਿੰਦਾ ਹੈ ਜੀ। ਬਤਰ ਬੇਭੂਖਨ ਦੇ ਬਖਿਆਤਾ। ਇਥੋਂ ਤੱਕ ਕਿ ਵਸਤਰ ਹਰੇਕ ਪ੍ਰਕਾਰ ਦੀ ਜਿਹੜੀ ਵੀ ਸਾਡੀ ਡਿਮਾਂਡ ਹੁੰਦੀ ਹੈ ਉਹ ਪੂਰੀ ਕਰਦੇ ਹਨ ਜੀ। ਸਭ ਤੇ ਸੁਨ ਤਿਸ ਕੰਨਿਆ ਕਹਿਓ। ਜਦੋਂ ਆਪਣੀਆਂ ਚਾਰਾਂ ਭੈਣਾਂ ਦੀ ਇਹ ਗੱਲ ਸੁਣੀ ਨਾ ਕਿ ਸਾਡਾ ਰਿਜ਼ਕ ਦਾਤਾ ਸਾਨੂੰ ਦੇਣ ਵਾਲਾ ਸਾਡਾ ਪਿਤਾ ਹੈ, ਤੇ ਫਿਰ ਉਸ ਪੰਜਵੀਂ ਧੀ ਨੇ ਅੱਗੋਂ ਕਹਿਣਾ ਕੀਤਾ ਹੈ ਜੀ। ਪਾਲਤ ਪ੍ਰਭੂ ਸਭਨ ਕੋ ਲੈ ਹੋ। ਤੇ ਫਿਰ ਉਹਨੇ ਆਖਿਆ ਕਿ ਪਾਲਣ ਵਾਲਾ ਕੇਵਲ ਤੇ ਕੇਵਲ ਸਾਰਿਆਂ ਨੂੰ ਪ੍ਰਮਾਤਮਾ ਹੈ ਜੀ। ਦਾਤਨ ਕੋ ਦਾਤਾ ਇੱਕ ਰਾਮ। ਵੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੇ ਕੇਵਲ ਇੱਕ ਪ੍ਰਮਾਤਮਾ ਹੀ ਹੈ ਜੀ। ਕਰੈ ਜਗਤ ਕੇ ਪੂਰਨ ਕਾਮ। ਇਸ ਧਰਤੀ ਤੇ ਕੋਈ ਨਹੀਂ ਕਿਸੇ ਦਾ ਕੋਈ ਕੰਮ ਕਰ ਸਕਦਾ, ਕੇਵਲ ਤੇ ਕੇਵਲ ਕਰਨਹਾਰ ਹੈ ਪ੍ਰਮਾਤਮਾ। ਕਰੇ ਜਗਤ ਕੇ ਪੂਰਨ ਕਾਮ। ਉਹ ਸਾਰੇ ਜਗਤ ਦੇ ਸਾਰਿਆਂ ਦੇ ਕਾਰਜ ਜਿਹੜੇ ਨੇ ਉਹ ਪੂਰੇ ਕਰਦਾ ਹੈ ਜੀ। ਸਭ ਦਿਨ ਸਭ ਕੋ ਭੋਗ ਭੋਗਾਵੇਂ। ਉਹ ਸਾਰੇ ਦਿਨ ਭਾਵ ਹਰ ਦਿਨ, ਕੋਈ ਦਿਨ ਨਹੀਂ ਆਪਣੇ ਇਸ ਧਰਤੀ ਤੇ ਪੈਦਾ ਕੀਤੇ ਹੋਏ ਜੀਵ ਨੂੰ ਉਹ ਭੁੱਖਿਆਂ ਸੌਣ ਦਿੰਦਾ ਹੋਵੇ। ਕੋਈ ਦਿਨ ਨਹੀਂ ਉਹ ਆਪਣੇ ਜੀਵ ਨੂੰ ਕੁਝ ਦਏ ਨਾ, ਸਭ ਕੁਝ ਦਿੰਦਾ ਹੈ ਤੇ ਉਹ ਦੇਣਹਾਰ ਹੈ ਜੀ। ਕਰ ਆਹਾਰ ਕੋ ਜੀਵਤ ਪਾਵੇਂ। ਤੇ ਸਾਰੇ ਜੀਵ ਇਹ ਆਹਾਰ ਕਰ ਕਰਕੇ ਭਾਵ ਇਹ ਖਾ ਖਾ ਕੇ ਜੋ ਉਹ ਦਾਤਾਂ ਦੇ ਰਿਹਾ ਏ ਉਹਨਾਂ ਨੂੰ ਭੋਗ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ ਜੀ। ਸੋ ਨਾ ਦੇ ਸਭ ਲਹਿ ਬਿਨਾਸ਼। ਸਾਡਾ ਪਿਤਾ ਹੀ ਨਹੀਂ, ਸੋ ਨਾ ਦੇ ਸਭ ਲਹੇ ਬਿਨਾਸ਼। ਭਾਵ ਜੋ ਕੁਝ ਵੀ ਹੈ ਇਹ ਸਾਰਾ ਬਿਨਸਣ ਵਾਲਾ ਏ, ਜੋ ਸਾਨੂੰ ਸਾਡਾ ਪਿਤਾ ਦਿੰਦਾ ਹੈ। ਇਸ ਬਿਨ
ਕਹਾਂ ਜੀਵਨ ਕੀ ਆਸ। ਉਹਦੇ ਉੱਤੇ ਹੋਰਨਾਂ ਜੀਆਂ ਦੀ ਆਸ ਕੀ ਹੈ? ਭਾਵ ਇੱਥੇ ਇਸ ਸਾਖੀ ਦਾ ਜੋ ਆਰੰਭ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਹਦਾ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਬੀਬੀ ਰਜਨੀ, ਉਹਨਾਂ ਦੇ ਪਤੀ ਪਿੰਗਲੇ ਬਾਰੇ। ਮਨ ਦੇ ਅੰਦਰ ਸਾਰਿਆਂ ਦੇ ਵਿੱਚ ਇਹ ਵਿਚਾਰ ਆਉਂਦੀ ਹੈ, ਕਈ ਵਾਰ ਅਸੀਂ ਛੋਟੇ ਹੁੰਦਿਆਂ ਵੀ ਇਸ ਸਾਖੀ ਨੂੰ ਸਰਵਣ ਕੀਤਾ। ਸਾਖੀ ਕਾਫੀ ਲੰਬੇਰੀ ਹੈ। ਭਾਈ ਸਾਹਿਬ ਨੇ ਬੜੇ ਵਿਸਥਾਰ ਨਾਲ ਇਸ ਸਾਖੀ ਨੂੰ ਜਿਹੜਾ ਵਾ ਉਹ ਬਿਆਨ ਕੀਤਾ, ਪਰ ਇੱਥੇ ਮੈਂ ਜ਼ਿਕਰ ਕਰਦਾ ਜਾਵਾਂ। ਭਾਈ ਸਾਹਿਬ ਨੇ ਇਸ ਦੀ ਆਰੰਭਤਾ ਕੀਤੀ ਹੈ ਕਿ 5 ਭੈਣਾਂ ਇਕੱਠੀਆਂ ਬੈਠੀਆਂ ਨੇ। 4 ਭੈਣਾਂ ਨੇ ਆਪਣੇ ਪਿਓ ਦੀ ਉਸਤਤ ਕੀਤੀ ਤੇ ਆਖਿਆ ਸਾਡਾ ਰਿਜ਼ਕ ਦਾਤਾ ਸਾਡਾ ਪਿਓ ਹੈ। ਪਰ ਜਿਸ ਧੀ ਨੇ ਸੰਗ ਕੀਤਾ ਸੰਤਾਂ ਦਾ, ਭਾਵ ਸਤ ਸੰਗਤ ਦੇ ਵਿੱਚ ਆਣ ਕੇ ਬੈਠ ਕੇ ਪਰਮਾਤਮਾ ਦੇ ਨਾਮ ਦੀ ਵਡਿਆਈ ਸਰਵਣ ਕੀਤੀ ਸੀ, ਜਿਹਨੇ ਸਰਵਣ ਕੀਤਾ ਸੀ ਕਿ ਇਸ ਧਰਤੀ ਦੇ ਉੱਤੇ ਜਿੰਨੇ ਵੀ ਜੀਵ ਪੈਦਾ ਹੋਏ ਨੇ, ਜਿੰਨੇ ਵੀ ਬਨਸਪਤੀ ਹੈ, ਜਿੰਨੇ ਵੀ ਜੀਵ ਜੰਤੂ ਨੇ, ਸਾਰਿਆਂ ਨੂੰ ਪਾਲਣਹਾਰ ਕੇਵਲ ਇੱਕ ਪਰਮਾਤਮਾ ਹੈ। ਤੇ ਗੁਰੂ ਕੇ ਪਿਆਰ ਵਾਲਿਓ, ਉਸ ਧੀ ਨੇ ਪਰਮਾਤਮਾ ਦੇ ਪਰਥਾਏ ਆਪਣੀ ਸ਼ਰਧਾ ਭੇਟ ਕਰਦਿਆਂ ਹੋਇਆਂ, ਗੁਰੂ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਆਪਣੀਆਂ ਭੈਣਾਂ ਨੂੰ ਆਖਿਓ, ਭੈਣੋ ਮੇਰੀਓ ਤੁਸੀਂ ਭੁੱਲ ਗਈਆਂ। ਠੀਕ ਹੈ, ਪਿਓ ਸਾਡਾ ਜਰੀਆ ਏ, ਸਾਨੂੰ ਜੰਮਣ ਵਾਲਾ, ਭਾਵ ਇਸ ਧਰਤੀ ਤੇ ਸਾਨੂੰ ਲਿਆਉਣ ਵਾਲਾ ਇਹ ਜਰੀਆ ਹੈ, ਪਰ ਇਹ ਮਤ ਸੋਚਣਾ ਕਿ ਕੇਵਲ ਤੇ ਕੇਵਲ ਸਾਡਾ ਪਿਓ ਹੀ ਸਾਨੂੰ ਪਾਲ ਰਿਹਾ। ਪਿਓ ਸਾਡੀਆਂ ਸੰਸਾਰੀ ਖਵਾਇਸ਼ਾਂ ਪੂਰੀਆਂ ਕਰ ਸਕਦਾ, ਪਰ ਜਦੋਂ ਤੱਕ ਰੱਬ ਦੀ ਮਾਰ ਨਾ ਪਈ, ਜਿਸ ਦਿਨ ਰੱਬ ਦੀ ਮਾਰ ਪਈ ਉਸ ਦਿਨ ਇਸ ਪਿਓ ਨੇ ਵੀ ਮੁੱਖ ਮੋੜ ਜਾਣਾ। ਗੁਰੂ ਕੇ ਪਿਆਰ ਵਾਲਿਓ, ਇਸ 5ਵੀਂ ਧੀ ਨੇ ਗੁਰੂ ਪ੍ਰਤੀ ਸ਼ਰਧਾ ਜਿਹੜੀ ਸੀ ਉਹ ਸਾਹਮਣੇ ਰੱਖ ਕੇ ਤੇ ਆਪਣੀਆਂ ਭੈਣਾਂ ਨੂੰ ਆਖਿਆ, ਮੇਰੀ ਉਹ ਭੈਣੋ, ਸਭ ਕੁਝ ਦੇਣ ਵਾਲਾ ਉਹ ਇੱਕ ਦਾਤਾ ਹੈ। ਮੈਂ ਸੁਣਿਆ ਗੁਰੂ ਨਾਨਕ ਦੇ ਘਰ ਵਿੱਚੋਂ ਆਵਾਜ਼ ਆਉਂਦੀ ਹੈ, ਮੈਂ ਆਪਣਿਆਂ ਕੰਨਾਂ ਦੇ ਨਾਲ ਉਹਨਾਂ ਮਹਾਂਪੁਰਖਾਂ ਦੇ ਕੋਲੋਂ ਇਹ ਸਰਵਣ ਕੀਤਾ ਕਿ ਇਸ ਧਰਤੀ ਦੇ ਉੱਤੇ ਆਪਣੇ ਜੀਵਾਂ ਦੀ ਪਾਲਣਾ ਕਰਨ ਵਾਲਾ ਉਹ ਪਰਮਾਤਮਾ ਹੈ ਤੇ ਉਸ ਪਰਮਾਤਮਾ ਨੂੰ ਮੰਨਣਾ ਕਰਨਾ ਹੈ। ਸੋ ਕੱਲ੍ਹ ਦੇ ਦੀਵਾਨਾਂ ਵਿੱਚ ਅਗਲੀ ਸਾਖੀ ਅਸੀਂ ਸਰਵਣ ਕਰਾਂਗੇ। ਗੁਰੂ ਕੇ ਪਿਆਰ ਵਾਲਿਓ, ਇਹ ਮਨਾਂ ਵਿੱਚ ਧਾਰਨ ਕਰਕੇ ਜਾਈਏ, ਮਤਾ ਮਨ ਵਿੱਚ ਲੋਭ ਲਾਲਚ ਲੈ ਕੇ ਆਇਆ ਕਰੀਏ ਕਿ ਇਹ ਸਭ ਕੁਝ ਮੈਂ ਕੀਤਾ, ਮੈਂ ਗੁਰੂ ਘਰ ਵਿੱਚ ਇੰਨਾ ਦਾਨ ਦਿੱਤਾ। ਗੁਰੂ ਸਾਹਿਬ ਤੇ ਆਖ ਰਹੇ ਨੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਸਭ ਕੁਝ ਦਾਤਾ ਤੇਰਾ ਦਿੱਤਾ ਹੋਇਆ, ਮੈਂ ਕੌਣ ਹਾਂ? ਮੈਂ ਤੇ ਇੱਕ ਮਿੱਟੀ ਦਾ ਭਾਂਡਾ। ਪਤਾ ਨਹੀਂ ਕਦੋਂ ਇਹਦੇ ਵਿੱਚੋਂ ਸਵਾਸਾਂ ਦੀ ਪੂੰਜੀ ਖਤਮ ਹੋਣੀ ਹੈ, ਇਹ ਹਵਾ ਬਾਹਰ ਨਿਕਲ ਜਾਣੀ ਹੈ ਤੇ ਇਹ ਮਿੱਟੀ ਹੋ ਜਾਣਾ। ਤੇ ਜਿਸ ਦਿਨ ਇਹ ਮਿੱਟੀ ਹੋ ਗਿਆ ਉਸ ਦਿਨ ਇਹਨੂੰ ਪੁੱਛਣਾ ਕਿਸੇ ਨੇ ਨਹੀਂ, ਸਾਰਿਆਂ ਨੇ ਪ੍ਰੇਤ ਪ੍ਰੇਤ ਕਹਿ ਕੇ, ਭੂਤ ਭੂਤ ਕਹਿ ਕੇ ਇਹਦੇ ਕੋਲੋਂ ਭੱਜ ਜਾਣਾ। ਸੋ ਗੁਰੂ ਕੇ ਪਿਆਰਿਓ ਵਾਲਿਓ, ਜੇ ਮੰਗਣਾ ਹੈ, ਜੇ ਕੁਝ ਲੈਣ ਵਾਸਤੇ ਆਉਣਾ ਹੈ ਤੇ ਗੁਰੂ ਦੇ ਕੋਲੋਂ ਉਹਦਾ ਨਾਮ ਮੰਗਿਆ ਕਰੋ, ਗੁਰੂ ਦੇ ਕੋਲੋਂ ਸਰਬੱਤ ਦਾ ਭਲਾ ਮੰਗਿਆ ਕਰੋ। ਕਿਉਂਕਿ ਜਦੋਂ ਸਿੱਖ ਦੀ ਜ਼ਬਾਨ ਉੱਤੇ ਸਰਬੱਤ ਦਾ ਭਲਾ ਆ ਜਾਂਦਾ, ਗੁਰੂ ਦਾ ਨਾਮ ਮੰਗਿਆ ਜਾਂਦਾ, ਤੇ ਫਿਰ ਇਸ ਧਰਤੀ ਦੇ ਉੱਤੇ ਐਸੀ ਕੋਈ ਵਸਤੂ ਨਹੀਂ ਜਿਹੜੀ ਉਹਦੇ ਸਿੱਖ ਦੇ ਕੋਲ ਹੋਵੇ ਕੋਈ ਨਾ। ਭਾਵ ਉਹ ਦਾਤਾ ਸਾਰੀਆਂ ਝੋਲੀਆਂ ਆਪਣੇ ਸੇਵਕ ਦੀਆਂ ਭਰ ਦਿੰਦਾ ਹੈ। ਗੁਰੂ ਕਿਰਪਾ ਕਰੇ ਸਾਨੂੰ ਸਮਝ ਆ ਜਾਵੇ, ਸਾਨੂੰ ਮੰਗਣ ਦੀ ਜਾਚ ਆ ਜਾਵੇ। ਜਿਸ ਤਰ੍ਹਾਂ ਬੀਬੀ ਰਜਨੀ ਨੇ ਆਪਣੀਆਂ 4 ਭੈਣਾਂ ਨੂੰ ਕਹਿ ਕੇ ਆਪਣੇ ਪਿਓ ਦੇ ਬਰਖਲਾਫ, ਕਿਉਂਕਿ ਪਿਓ ਆਖਦਾ ਸੀ ਮੈਂ ਹੀ ਤੈਨੂੰ ਸਭ ਕੁਝ ਦਿੰਦਾ, ਇੱਕ ਪਿੰਗਲੇ ਦੇ ਨਾਲ ਜਿਹੜਾ ਸੀ ਉਹ ਵਿਆਹ ਕਰ ਦਿੱਤਾ, ਅੱਗੇ ਸਾਖੀ ਵਿੱਚ ਆਵੇਗਾ। ਤੇ ਗੁਰੂ ਕੇ ਪਿਆਰਿਓ, ਕਿਸ ਤਰ੍ਹਾਂ ਉਸ ਬੀਬੀ ਨੇ ਸਤਿਗੁਰੂ ਦੇ ਚਰਨ ਫੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਸ ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਉਸ ਬੇਰੀ ਦੇ ਥੱਲੇ, ਜਿਸ ਬੇਰੀ ਨੂੰ ਅੱਜ ਵੀ ਇਤਿਹਾਸ ਦੇ ਵਿੱਚ ਸੰਭਾਲ ਕੇ ਰੱਖਿਆ ਗਿਆ ਹੈ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਜ ਵੀ ਉਹ ਬੇਰੀ ਬਿਰਾਜਮਾਨ ਹੈ। ਅੱਜ ਵੀ ਸੰਗਤਾਂ ਬੜੀ ਸ਼ਰਧਾ ਦੇ ਨਾਲ ਉੱਥੇ ਇਸ਼ਨਾਨ ਕਰਦੀਆਂ ਨੇ। ਗੁਰੂ ਕੇ ਪਿਆਰ ਵਾਲਿਓ, ਜਿਹੜਾ ਮਨੁੱਖ ਮਨ ਕਰਕੇ ਗੁਰੂ ਨੂੰ ਸਮਰਪਣ ਹੋ ਕੇ ਇਸ਼ਨਾਨ ਕਰੇਗਾ ਇਹ ਦੁੱਖ ਵਾਕਈ ਗੁਰੂ ਕੱਟ ਸਕਦਾ ਹੈ, ਕਿਉਂਕਿ ਸਰਬ ਕਲਾ ਸਮਰੱਥ ਮੇਰਾ ਦਾਤਾ ਸੰਪੂਰਨ ਹੈ। ਗੁਰੂ ਹੈ ਹੀ ਸੰਪੂਰਨ, ਗੁਰੂ ਹੈ ਹੀ ਪ੍ਰਮਾਤਮਾ ਦਾ ਰੂਪ, ਉਹ ਸਭ ਕੁਝ ਕਰ ਸਕਦਾ ਹੈ। ਗੁਰੂ ਸਾਹਿਬ ਰਹਿਮਤ ਕਰੇ, ਸਾਡੀ ਝੋਲੀ ਵਿੱਚ ਵੀ ਨਾਮ ਦੀ ਦਾਤ ਪੈ ਜਾਵੇ, ਅਸੀਂ ਵੀ ਸਰਬੱਤ ਦਾ ਭਲਾ ਮੰਗੀਏ, ਤੇ ਉਹ ਸਮਾਂ ਦੂਰ ਨਹੀਂ ਹੋਵੇਗਾ ਜਦੋਂ ਗੁਰੂ ਸਾਡੀ ਝੋਲੀ ਵਿੱਚ ਸਭ ਦਾਤਾਂ ਪਾ ਦੇਵੇਗਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਅੰਤ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ। ਦਾਤਨ ਕੋ